हाँ जी, सारे विद्यार्थियों का एक बार फिर अपने चैनल संतवीर सर ते स्वागत है जी तुहाडा बहुत बहुत। तो सारिਆਂ ਨੂੰ प्यार भरी सत श्री अकाल। ਅੱਜ ਦੀ ਜਿਹੜੀ ਜਮਾਤ ਆ ਉਹਦੇ ਵਿੱਚ ਆਪਾਂ ਸਾਡੇ ਬਹੁਅਰਥਕ ਸ਼ਬਦਾਂ ਬਾਰੇ ਗੱਲ ਕਰਾਂਗੇ। ਪਿਛਲੀਆਂ ਜਮਾਤਾਂ ਦੇ ਵਿੱਚ ਜਿਵੇਂ ਆਪਾਂ ਅਰਥ ਸੰਬੰਧਾਂ ਦੇ ਆਧਾਰ ਤੇ ਚਾਰ ਤਰੀਕੇ ਨਾਲ ਸ਼ਬਦਾਂ ਦੇ ਬਾਰੇ ਆਪਾਂ ਪੜ੍ਹਨਾ, ਉਹਨਾਂ ਦੇ ਵਿੱਚੋਂ ਇੱਕ ਆਪਾਂ ਵਿਰੋਧੀ ਸ਼ਬਦਾਂ ਦੀ ਗੱਲ ਕਰ ਚੁੱਕੇ ਸੀ, ਸਮਾਨਾਰਥੀ ਸ਼ਬਦਾਂ ਦੀ ਗੱਲ ਹੋ ਗਈ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਬਹੁਅਰਥਕ ਸ਼ਬਦ। ਬਹੁਅਰਥਕ ਸ਼ਬਦਾਂ ਦੇ ਵਿੱਚੋਂ ਵੀ ਅਕਸਰ ਐਗਜ਼ਾਮ ਦੇ ਵਿੱਚ ਤੁਸੀਂ ਕੁਐਸਚਨ ਦੇਖ ਸਕਦੇ ਹੋ। ਹੁਣ ਉਹ ਕੁਐਸਚਨ ਹੈ ਜਿਹੜੇ ਜਾਂ ਕੁਝ ਸਟੂਡੈਂਟਸ ਦੇ ਡਾਊਟਸ ਨੇ ਉਹ ਆਪਾਂ ਕਲੀਅਰ ਕਰਾਂਗੇ ਬਹੁਅਰਥਕ ਸ਼ਬਦਾਂ ਦੇ ਮਾਮਲੇ 'ਚ। ਬਹੁਅਰਥਕ ਸ਼ਬਦਾਂ ਦੀਆਂ ਦੋ ਕੁ ਗੱਲਾਂ ਤੁਹਾਡੇ ਸਾਹਮਣੇ ਮੈਂ ਲਿਖੀਆਂ, ਦੇਖੋ ਉਹਦੇ ਵਿੱਚ ਕੀ ਹੈ ਕਿ ਜਿਸ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ਬਹੁਅਰਥਕ ਸ਼ਬਦ ਹੁੰਦਾ ਹੈ। ਬਹੁਅਰਥਕ ਸ਼ਬਦ ਦਾ ਕੀ ਅਰਥ ਹੈ? ਬਹੁਅਰਥਕ ਹੁੰਦਾ ਇੱਕ ਐਸਾ ਸ਼ਬਦ ਜੋ ਬਹੁਤ ਸਾਰੇ ਅਰਥ ਰੱਖਦਾ ਹੋਵੇ ਜਾਂ ਜਿਸ ਸ਼ਬਦ ਦੇ ਇੱਕ ਤੋਂ ਵੱਧ ਅਰਥ ਨਿਕਲਦੇ ਹੋਣ, ਆਪਾਂ ਉਹਨੂੰ ਕੀ ਕਹਿ ਦਿੰਦੇ ਹਾਂ? ਆਪਾਂ ਉਹਨੂੰ ਕਹਿ ਦਿੰਦੇ ਹਾਂ ਬਹੁਅਰਥਕ ਸ਼ਬਦ। ਬਹੁਅਰਥਕ ਸ਼ਬਦ ਦਾ ਵੱਖ-ਵੱਖ ਪ੍ਰਸੰਗਾਂ ਵਿੱਚ ਸ਼ਬਦ ਜੋੜ ਅਤੇ ਉਚਾਰਨ ਤਾਂ ਇੱਕੋ ਜਿਹਾ ਰਹਿੰਦਾ ਹੈ। ਦੇਖੋ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਸ਼ਬਦ ਜੋੜ ਮਤਲਬ ਜਿਹੜਾ ਸ਼ਬਦ ਹੈ ਉਹ ਉਵੇਂ ਦਾ ਇੱਕ ਹੀ ਸਮਾਨ ਰਹਿੰਦਾ, ਉਚਾਰਨ ਵੀ ਉਹਦਾ ਉਹੀ ਕਰਨਾ। ਬਸ ਕੀ ਹੈ ਕਿ ਉਹ ਜਦੋਂ ਉਹਨੂੰ ਵਾਕ ਦੇ ਵਿੱਚ ਵਰਤਦੇ ਹਾਂ ਆਪਾਂ, ਉਦੋਂ ਉਹਦੇ ਅਰਥ ਦੇ ਮਾਇਨੇ ਬਦਲ ਜਾਂਦੇ ਆ। ਇੱਕ ਸ਼ਬਦ ਹੈ ਜਿਹੜਾ ਉਹ ਕਿੰਨੇ ਅਰਥ ਰੱਖਦਾ, ਦੇਖੋ ਤੁਸੀਂ ਕੁਝ ਉਦਾਹਰਨਾਂ ਦੇਖੋਗੇ ਨਾ। ਪਹਿਲੀ ਉਦਾਹਰਣ ਦੇਖਦੇ ਹਾਂ ਆਪਾਂ ਕਿ ਉਦਾਹਰਣ ਦੇ ਨਾਲ ਆਪਾਂ ਨੂੰ ਗੱਲ ਸਮਝ ਆਉਂਦੀ ਹੈ ਵੀ ਬਹੁਅਰਥਕ ਸ਼ਬਦ ਹੈ ਕੀ ਚੀਜ਼ ਹੈ। ਦੇਖਦੇ ਹਾਂ। ਹਾਂਜੀ ਬਿਲਕੁਲ, ਉੱਚਾ ਸ਼ਬਦ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ। ਉੱਚਾ, ਉੱਚੇ ਦੇ ਦੇਖ ਲਓ ਕਿੰਨੇ ਅਰਥਾਂ ਦੇ ਵਿੱਚ ਆ। ਪਹਿਲਾਂ ਤਾਂ ਉੱਚੇ ਦਾ ਅਰਥ ਬਣਦਾ ਚਿਮਟਾ। ਚਿਮਟਾ ਹੁੰਦਾ ਰੋਟੀਆਂ ਸੇਕਣ ਵਾਲਾ, ਜਿਹੜਾ ਘਰਾਂ ਦੇ ਵਿੱਚ ਆਪਣੇ ਰਸੋਈ ਦੇ ਵਿੱਚ ਹੁੰਦਾ ਜਿਹੜਾ ਇੱਕ ਚਿਮਟਾ। ਸੋ ਇਹ ਕਈ ਕੰਮ ਆਉਂਦਾ। ਬੱਚਿਆਂ ਨੂੰ ਸੁਧਾਰਨ ਦੇ ਵਿੱਚ ਵੀ ਮਾਵਾਂ ਇਹਨੂੰ ਐਜ਼ ਏ ਵੈਪਨ ਯੂਜ਼ ਕਰਦੀਆਂ ਅਤੇ ਇਹ ਨਾਲ ਨਾਲ ਰੋਟੀਆਂ ਸੇਕਣ ਦੇ ਵੀ ਕੰਮ ਆਉਂਦਾ ਅਤੇ ਗਿੱਟੇ ਸੇਕਣ ਦੇ ਵੀ ਕੰਮ ਆਉਂਦਾ ਚਿਮਟਾ। ਚਿਮਟਾ ਰੋਟੀਆਂ ਸੇਕਣ ਲਈ, ਦੇਖੋ ਉਦਾਹਰਣ ਦੇਖ ਲਓ, ਰੋਟੀਆਂ ਸੇਕਣ ਲਈ ਉੱਚਾ ਵਰਤਿਆ ਜਾਂਦਾ ਹੈ। ਹੁਣ ਜਦੋਂ ਇਹ ਵਾਕ ਤੁਹਾਡੇ ਸਾਹਮਣੇ ਆ ਗਿਆ ਅਤੇ ਇਹਦੇ ਵਿੱਚ ਪੁੱਛੇ ਵੀ ਇਹਦੇ ਵਿੱਚ ਦੱਸੋ ਜੀ ਉੱਚਾ ਦਾ ਕੀ ਅਰਥ ਆ, ਤੁਸੀਂ ਕਹੋਗੇ ਜੀ ਰੋਟੀਆਂ ਸੇਕਣ ਲਈ ਉੱਚਾ ਜਾਂ ਚਿਮਟਾ ਵਰਤਿਆ ਜਾਂਦਾ ਹੈ। ਅਗਲੀ, ਉੱਚੇ ਦਾ ਸ਼ਾਬਦਿਕ ਅਰਥ ਇੱਕ ਹੋਰ ਬਣਦਾ ਮੋਚਣਾ। ਉੱਚੇ ਦਾ ਇੱਕ ਅਰਥ ਹੁੰਦਾ ਚਿਮਟਾ, ਇੱਕ ਅਰਥ ਬਣਦਾ ਮੋਚਣਾ। ਮੋਚਣਾ ਹੁੰਦਾ ਜਿਹੜਾ ਨਾਈ ਆਪਣੇ ਕੋਲ ਉੱਚਾ ਰੱਖਦਾ ਹੈ, ਮੋਚਣਾ। ਇੱਕ ਮੋਚਣਾ ਹੁੰਦਾ ਵੀ ਜਿਹਦੇ ਨਾਲ ਪੈਰ ਦੇ ਵਿੱਚ ਕਈ ਵਾਰੀ ਕੰਡਾ ਵਗੈਰਾ ਚੁੱਭ ਜਾਂਦਾ ਹੈ, ਜਾਂ ਮਤਲਬ ਕੋਈ ਜਦੋਂ ਆਪਾਂ ਨਾਈ ਦੇ ਕੋਲ ਜਾਂਦੇ ਹਾਂ, ਵਾਲ ਕੱਟਦਾ ਨਾਈ, ਤਾਂ ਉਦੋਂ ਉਹ ਕੁਝ ਕੁ ਵਾਲ ਹੁੰਦੇ ਆ ਜਿਹੜੇ ਉਹ ਚਿਮਟੀ ਦੇ ਨਾਲ ਖਿੱਚ ਦਿੰਦਾ। ਚਿਮਟਾ ਹੁੰਦਾ ਉਹਦੇ ਕੋਲ ਇੱਕ, ਉਹ ਜਿਹੜੀ ਚਿਮਟੀ ਜਾਂ ਮੋਚਣਾ ਜਿਹਨੂੰ ਕਹਿ ਦਿੰਦੇ ਆ, ਨਾਈ ਆਪਣੇ ਕੋਲ ਉੱਚਾ ਰੱਖਦਾ ਹੈ। ਸੋ ਇੱਥੇ ਉੱਚੇ ਦਾ ਅਰਥ ਬਣ ਗਿਆ ਮੋਚਣਾ। ਅੱਗੇ ਹੈਗਾ ਜੀ ਉੱਚਾ। ਉੱਚੇ ਦਾ ਅਰਥ ਇੱਕ ਹੋਰ ਬਣਦਾ, ਉਹ ਹੈਗਾ ਉੱਚੀ ਆਵਾਜ਼। ਉੱਚੀ ਆਵਾਜ਼ ਕਿਵੇਂ? ਬਜ਼ੁਰਗਾਂ ਨੂੰ ਆਮ ਤੌਰ 'ਤੇ ਉੱਚਾ ਸੁਣਦਾ ਹੈ। ਹੁਣ ਇਹਦੇ ਵਿੱਚ ਉੱਚਾ ਸ਼ਬਦ ਦਾ ਅਰਥ ਕੀ ਬਣਦਾ ਵੀ ਉੱਚੀ ਆਵਾਜ਼, ਮਤਲਬ ਬਜ਼ੁਰਗ ਜਿਹੜਾ ਹੋ ਜਾਂਦਾ ਉਹਨੂੰ ਵੈਸੇ ਹੀ ਸੁਣਨਾ ਘੱਟ ਲੱਗ ਜਾਂਦਾ। ਜਦੋਂ ਘੱਟ ਸੁਣਨਾ ਹੋ ਜੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਬਜ਼ੁਰਗਾਂ ਨੂੰ ਜੀ ਆਮ ਤੌਰ 'ਤੇ ਉੱਚਾ ਸੁਣਨ ਲੱਗ ਜਾਂਦਾ। ਉੱਚਾ ਸੁਣਨ ਦਾ ਮਤਲਬ ਵੀ ਉਹ ਉਹਨਾਂ ਨੂੰ ਘੱਟ ਸੁਣਨ ਲੱਗ ਜਾਂਦਾ। ਉੱਚੀ ਆਵਾਜ਼ ਹੈ ਜਿਹੜੀ ਉਹ ਉਹਨਾਂ ਨੂੰ ਸੁਣਦੀ ਹੈ। ਉਸ ਤੋਂ ਬਾਅਦ ਹੈ ਜੀ ਉੱਚਾ, ਜਿਵੇਂ ਲੰਮਾ ਸ਼ਬਦ। ਰਾਮ ਆਪਣੇ ਭਰਾ ਨਾਲੋਂ ਕਾਫੀ ਉੱਚਾ ਹੈ, ਮਤਲਬ ਰਾਮ ਆਪਣੇ ਭਰਾ ਨਾਲੋਂ ਉੱਚਾ ਹੈ ਜਾਂ ਲੰਮਾ ਹੈ। ਸੋ ਇਹ ਹੈ ਜਿਹੜਾ ਇੱਥੇ ਜਿਹੜਾ ਸ਼ਬਦ ਹੈ ਉੱਚਾ, ਉਹਦੇ ਅਰਥ ਹੋ ਗਏ ਲੰਮਾ। ਉਸ ਤੋਂ ਬਾਅਦ ਦੇਖੋ ਅਗਲਾ ਉਦਾਹਰਣ ਦੇ ਵਿੱਚ ਦੇਖੋ, ਸਾਨੂੰ ਆਪਣਾ ਆਚਰਣ ਉੱਚਾ ਰੱਖਣਾ ਚਾਹੀਦਾ ਹੈ। ਇਹਦੇ ਵਿੱਚ ਇਸ ਵਾਕ ਦੇ ਵਿੱਚ ਜਿਹੜਾ ਉੱਚਾ ਸ਼ਬਦ ਵਰਤਿਆ ਉਹਦਾ ਅਰਥ ਬਣਦਾ ਚੰਗਾ, ਵੀ ਸਾਨੂੰ ਆਪਣਾ ਆਚਰਣ ਹੈ ਜਿਹੜਾ ਉਹ ਚੰਗਾ ਰੱਖਣਾ ਚਾਹੀਦਾ, ਉੱਚਾ ਰੱਖਣਾ ਚਾਹੀਦਾ। ਅੱਗੇ ਆ ਗਿਆ ਜੀ, ਸਾਡਾ ਘਰ ਪਿੰਡ ਵਿੱਚ ਸਭ ਤੋਂ ਉੱਚਾ ਹੈ। ਇਸ ਉਦਾਹਰਣ ਦੇ ਵਿੱਚ ਉੱਚਾ ਸ਼ਬਦ ਦੇ ਅਰਥ ਹੈ ਉੱਚੀ ਜਗ੍ਹਾ, ਉੱਚਾ ਥਾਂ। ਉਸ ਤੋਂ ਬਾਅਦ ਇੱਕ ਉਦਾਹਰਣ ਹੋਰ ਦੇਖੋ, ਸਾਨੂੰ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ। ਉੱਚਾ ਦਾ ਮਤਲਬ ਇੱਥੇ ਇਸ ਵਾਕ ਦੇ ਵਿੱਚ, ਇਹ ਜਿਹੜਾ ਵਾਕ ਉਦਾਹਰਣ ਤੁਹਾਨੂੰ ਦਿੱਤਾ ਹੈ, ਇਹਦੇ ਵਿੱਚ ਉੱਚਾ ਸ਼ਬਦ ਦੇ ਅਰਥ ਬਣਦੇ ਆ ਭੈੜਾ ਬੋਲਣਾ, ਵੀ ਸਾਨੂੰ ਕਿਸੇ ਨੂੰ ਵੀ ਭੈੜਾ ਬੋਲ ਨਹੀਂ ਬੋਲਣਾ ਚਾਹੀਦਾ। ਉੱਚਾ ਬੋਲਣਾ ਇੱਕ ਮੁਹਾਵਰਾ ਹੈ, ਉੱਚਾ ਬੋਲਣ ਦਾ ਮਤਲਬ ਹੈ ਕਿਸੇ ਨੂੰ ਭੈੜਾ ਬੋਲਣਾ। ਇੱਥੇ ਉੱਚਾ ਸ਼ਬਦ ਦੇ ਹੋ ਗਏ ਭੈੜਾ,
ਬੋਲਣਾ। ਹੁਣ ਦੇਖ ਲਓ ਤੁਸੀਂ, ਉੱਚਾ ਸ਼ਬਦ ਹੈ ਜਿਹੜਾ ਉਹ ਕਿੰਨੇ ਅਰਥ ਦੇ ਹੋਰ ਨਿਕਲਦੇ ਆ। ਇਸ ਕਰਕੇ ਉੱਚਾ ਹੈ ਜਿਹੜਾ ਉਹ ਇੱਕ ਬਹੁ ਅਰਥਕ ਸ਼ਬਦ ਹੈ, ਜਿਹਦੇ ਅਰਥ ਬਣਦੇ ਆ ਚਿਮਟਾ ਵੀ ਬਣਦਾ, ਮੋਚਣਾ ਵੀ, ਉੱਚੀ ਆਵਾਜ਼ ਵੀ, ਲੰਮਾ, ਚੰਗਾ, ਉੱਚੀ ਥਾਂ ਅਤੇ ਭੈੜਾ ਬੋਲਣਾ। ਇਹ ਉਦਾਹਰਨਾਂ ਦਿੱਤੀਆਂ ਵੱਖ-ਵੱਖ ਉਦਾਹਰਨਾਂ ਤੋਂ ਆਪਾਂ ਨੂੰ ਪਤਾ ਲੱਗਿਆ ਵੀ ਇੱਕ ਉੱਚਾ ਸ਼ਬਦ ਹੈ ਜਿਹੜਾ ਉਹ ਵੱਖ-ਵੱਖ ਵਾਕਾਂ ਦੇ ਵਿੱਚ ਕਿਵੇਂ ਵੱਖ-ਵੱਖ ਅਰਥ ਰੱਖਦਾ ਹੈ। ਗੱਲ ਕਰਦੇ ਹਾਂ ਅਗਲੇ ਉਦਾਹਰਣ ਦੀ। ਉੱਤਰ ਸ਼ਬਦ ਤੁਸੀਂ ਸੁਣਿਆ ਹੋਇਆ, ਇਹ ਉੱਤਰ ਸ਼ਬਦ ਦੇ ਬਹੁਤ ਸਾਰੇ ਅਰਥ ਨਿਕਲਦੇ ਆ। ਦੇਖੋ ਜੀ, ਉੱਤਰ ਦਾ ਮਤਲਬ ਜਵਾਬ ਇੱਕ ਹੁੰਦਾ। ਮੈਂ ਇਸ ਪ੍ਰਸ਼ਨ ਦਾ ਉੱਤਰ ਸੋਚ ਕੇ ਲਿਖਿਆ ਹੈ, ਕੋਈ ਦਿੱਕਤ ਨਹੀਂ ਹੈ। ਇਸ ਜਿਹੜਾ ਵਾਕ ਹੈ, ਇਹ ਉਦਾਹਰਣ ਹੈ ਜਿਹੜੀ, ਇਹਦੇ ਵਿੱਚ ਉੱਤਰ ਦਾ ਮਤਲਬ ਬਣਦਾ ਜੀ ਜਵਾਬ। ਉਸ ਤੋਂ ਬਾਅਦ ਇੱਕ ਇਹਦਾ ਉੱਤਰ ਦਾ ਅਰਥ ਬਣਦਾ ਦਿਸ਼ਾ। ਉੱਤਰ ਦਾ ਇੱਕ ਹੋਰ ਅਰਥ ਹੈ ਦਿਸ਼ਾ। ਸਾਡਾ ਘਰ ਉੱਤਰ ਦਿਸ਼ਾ ਵੱਲ ਹੈ, ਸੋ ਇੱਥੇ ਉੱਤਰ ਸ਼ਬਦ ਦਿਸ਼ਾ ਵਾਸਤੇ ਆਇਆ ਹੈ। ਉਸ ਤੋਂ ਬਾਅਦ ਦੇਖੋ ਜੀ, ਇੱਕ ਹੋਰ ਉਦਾਹਰਣ ਹੈ, ਨਹਿਰ ਦਾ ਪਾਣੀ ਉੱਤਰ ਗਿਆ ਹੈ। ਨਹਿਰ ਦਾ ਪਾਣੀ ਉੱਤਰ ਗਿਆ ਹੈ ਦਾ ਮਤਲਬ ਵੀ ਨਹਿਰ ਦੇ ਵਿੱਚ ਪਾਣੀ ਘਟ ਗਿਆ ਹੈ, ਪਾਣੀ ਦੀ ਮਾਤਰਾ ਘਟ ਗਈ ਹੈ। ਸੋ ਇੱਥੇ ਉੱਤਰ ਦਾ ਮਤਲਬ ਲਹਿਣਾ ਜਾਂ ਘਟ ਜਾਣਾ, ਲੈ ਗਿਆ ਹੈ, ਉੱਤਰ ਗਿਆ ਹੈ। ਉਸ ਤੋਂ ਬਾਅਦ ਦੇਖੋ ਇੱਕ ਹੋਰ ਉਦਾਹਰਣ ਹੈ, ਉਸ ਦਾ ਗਿੱਟਾ ਉੱਤਰ ਗਿਆ ਹੈ। ਹੁਣ ਇੱਥੇ ਕੀ ਹੈ, ਇਹਦੇ ਵਿੱਚ ਇੱਕ ਸਰੀਰ ਦਾ ਅੰਗ ਹੈ ਜਿਹੜਾ ਗਿੱਟਾ, ਉਹ ਉੱਤਰ ਗਿਆ ਹੈ ਇੱਥੇ ਲਿਖਿਆ। ਮਤਲਬ ਇੱਥੇ ਉੱਤਰ ਦਾ ਅਰਥ ਬਣਦਾ ਆਪਣੀ ਥਾਂ ਤੋਂ ਹਿੱਲ ਜਾਣਾ, ਵੀ ਗਿੱਟੇ ਦਾ ਜਿਹੜਾ ਜੋੜ ਹੈ ਹੱਡੀਆਂ ਦਾ, ਉਹ ਆਪਣੀ ਥਾਂ ਤੋਂ ਹਿੱਲ ਗਿਆ ਤੇ ਆਪਾਂ ਉਹਨੂੰ ਕਹਿ ਦਿੰਦੇ ਹਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਵੀ ਉਸ ਦਾ ਗਿੱਟਾ ਉੱਤਰ ਗਿਆ ਹੈ। ਸੋ ਇੱਥੇ ਉੱਤਰ ਸ਼ਬਦ ਦਾ ਮਤਲਬ ਹੈ ਆਪਣੀ ਜਗ੍ਹਾ ਤੋਂ ਹਿੱਲ ਗਿਆ ਹੈ। ਅੱਗੇ ਉਤਰਨਾ ਮਤਲਬ ਥੱਲੇ ਉਤਰਨ ਤੋਂ ਵੀ ਭਾਵ ਹੁੰਦਾ ਉਤਰਨ ਦਾ, ਕੋਠੇ ਤੋਂ ਉੱਤਰ ਕੇ ਗੱਲ ਕਰੋ। ਅੱਛਾ, ਹੁਣ ਇਹਨਾਂ ਦੇ ਵਿੱਚ ਇੱਕ ਮੈਂ ਗੱਲ ਲਿਖੀ ਹੈ ਇੱਥੇ ਵੀ ਬਹੁਅਰਥਕ ਸ਼ਬਦਾਂ ਦਾ ਵੱਖ-ਵੱਖ ਪ੍ਰਸੰਗਾਂ ਵਿੱਚ ਸ਼ਬਦ ਜੋੜ ਅਤੇ ਉਚਾਰਨ ਇੱਕੋ ਜਿਹਾ ਰਹਿੰਦਾ ਹੈ। ਹੁਣ ਆ ਉੱਤਰ ਸ਼ਬਦ ਦੇ ਜਾਂ ਉੱਚਾ ਸ਼ਬਦ ਦੇ ਜਿੰਨੇ ਵੀ ਉਦਾਹਰਣ ਦਿੱਤੇ ਹੈ, ਉਹਨਾਂ ਦੇ ਵਿੱਚ ਉੱਤਰ ਸ਼ਬਦ ਦਾ ਸ਼ਬਦ ਜੋੜ ਇੱਕੋ ਹੀ ਹੈ। ਮਤਲਬ ਉੱਤਰ ਜਿਵੇਂ ਇੱਥੇ ਲਿਖਿਆ ਉਵੇਂ ਹੀ ਇੱਥੇ, ਉਵੇਂ ਹੀ ਇੱਥੇ, ਉਵੇਂ ਹੀ ਇਸ ਤੀਸਰੇ ਉਦਾਹਰਣ 'ਚ, ਫਿਰ ਚੌਥੇ ਤੇ ਪੰਜਵੇਂ ਦੇ ਵਿੱਚ ਵੀ ਉੱਤਰ ਸ਼ਬਦ ਜੋੜ ਹੈ ਜਿਹੜੇ ਉਹ ਇੱਕੋ ਹੈ। ਉਚਾਰਨ ਵੀ ਆਪਾਂ ਉੱਤਰ ਹੀ ਕੀਤਾ ਇਹਦਾ, ਪਰ ਵੱਖ-ਵੱਖ ਵਾਕਾਂ ਦੇ ਵਿੱਚ ਇਸ ਦੇ ਉੱਤਰ ਸ਼ਬਦ ਦੇ ਅਰਥ ਬਦਲ ਗਏ ਹਨ। ਅੱਗੇ ਦੇਖੋ ਜੀ, ਉਲਟੀ ਸ਼ਬਦ ਤੁਸੀਂ ਸੁਣਿਆ ਹੋਇਆ। ਸੋ ਇੱਥੇ ਦੇਖ ਲਓ ਤੁਸੀਂ, ਉਲਟੀ ਸ਼ਬਦ ਦੇ ਕਿੰਨੇ ਮਤਲਬ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਇਹਦਾ ਵੱਖ-ਵੱਖ ਅਰਥ ਕਿਵੇਂ ਨਿਕਲਦਾ। ਦੇਖੋ, ਪਹਿਲਾ, ਉਸ ਦੀ ਅੱਜ ਕੱਲ੍ਹ ਮੱਤ ਉਲਟੀ ਹੋਈ ਹੈ। ਮੱਤ ਦਾ ਮਤਲਬ ਹੁੰਦਾ ਅਕਲ। ਸੋ ਇੱਥੇ ਦੇਖ ਲਓ ਉਦਾਹਰਣ, ਉਸ ਦੀ ਅੱਜ ਕੱਲ੍ਹ ਮੱਤ ਉਲਟੀ ਹੋਈ ਹੈ। ਉਲਟੀ ਦਾ ਮਤਲਬ ਵੀ ਵਿਗੜ ਗਈ। ਉਹ ਕਿਸੇ ਬੰਦੇ ਦਾ ਦਿਮਾਗ ਜਦੋਂ ਫਿਰ ਜੇ, ਜਦੋਂ ਦਿਮਾਗ ਕੋਈ ਬੰਦਾ ਮਤਲਬ ਕੀ ਹੈ ਵੀ ਕਹਿਣ ਦਾ ਮਤਲਬ ਵੀ ਜਦੋਂ ਪੁੱਠੇ ਰਸਤੇ ਪੈ ਜੇ ਤਾਂ ਆਪਾਂ ਉਦੋਂ ਵਰਤਦੇ ਹਾਂ ਵੀ ਉਸ ਦੀ ਅੱਜ ਕੱਲ੍ਹ ਮੱਤ ਹੈ ਜਿਹੜੀ ਉਹ ਉਲਟੀ ਹੋਈ ਹੈ। ਸੋ ਇੱਥੇ ਉਲਟੀ ਦਾ ਅਰਥ ਬਣਦਾ ਵੀ ਉਸ ਦੀ ਮੱਤ, ਉਸ ਦੀ ਅਕਲ ਵਿਗੜ ਗਈ ਹੈ। ਉਸ ਤੋਂ ਬਾਅਦ, ਕਿਸੇ ਨੂੰ ਵੀ ਉਲਟੀ ਪੱਟੀ ਨਹੀਂ ਪੜ੍ਹਾਉਣੀ ਚਾਹੀਦੀ। ਇਸ ਉਦਾਹਰਣ ਦੇ ਵਿੱਚ ਉਲਟੀ ਸ਼ਬਦ ਦਾ ਮਤਲਬ ਹੁੰਦਾ ਵੀ ਪੁੱਠੀ ਪੱਟੀ ਪੜ੍ਹਾਉਣ ਦਾ ਮਤਲਬ ਹੁੰਦਾ ਕਿਸੇ ਨੂੰ ਗਲਤ ਸਲਾਹ ਦੇਣੀ, ਕਿਸੇ ਨੂੰ ਭੈੜਾ ਮਸ਼ਵਰਾ ਦੇਣਾ, ਕਿਸੇ ਨੂੰ ਭੈੜੇ ਕੰਮ 'ਤੇ ਲਾ ਦੇਣਾ। ਉਹਨੂੰ ਕਿਹਾ ਜਾਂਦਾ ਹੈ ਵੀ ਸਾਨੂੰ ਕਿਸੇ ਨੂੰ ਵੀ ਉਲਟੀ ਪੱਟੀ ਨਹੀਂ ਪੜ੍ਹਾਉਣੀ ਚਾਹੀਦੀ। ਸੋ ਇਹਦੇ ਵਿੱਚ ਦੇਖੋ, ਪਹਿਲਾ ਜਿਹੜਾ ਵਾਕ ਆ ਉਹਦੇ ਵਿੱਚ ਉਲਟੀ ਸ਼ਬਦ ਦਾ ਮਤਲਬ ਵਿਗੜੀ, ਦੂਸਰੇ ਦੇ ਵਿੱਚ ਉਲਟੀ ਸ਼ਬਦ ਦਾ ਮਤਲਬ ਪੁੱਠੀ। ਅੱਗੇ ਆ ਗਿਆ, ਬੱਚੇ ਨੂੰ ਬੱਸ ਵਿੱਚ ਉਲਟੀ ਆ ਗਈ। ਸੋ ਇੱਥੇ ਉਲਟੀ ਦਾ ਮਤਲਬ ਬਣਦਾ ਕੈ, ਉਲਟੀ, ਵੋਮਿਟਿੰਗ। ਉਲਟੀ ਜਿਹੜਾ ਹੁੰਦਾ ਉਹਦਾ ਅਰਥ ਇੱਥੇ ਵੋਮਿਟਿੰਗ ਵੀ ਹੁੰਦਾ। ਸੋ ਬੱਚੇ ਨੂੰ ਬੱਸ ਵਿੱਚ ਉਲਟੀ ਆ ਗਈ। ਸੋ ਇੱਥੇ ਜਿਹੜਾ ਉਲਟੀ ਦਾ ਅਰਥ ਬਣ ਗਿਆ ਕੈ, ਵੋਮਿਟਿੰਗ। ਉਹਨੂੰ ਪੰਜਾਬੀ ਦੇ ਵਿੱਚ ਕੈ ਵੀ ਲਿਖਿਆ ਜਾਂਦਾ ਹੈ, ਜਿਹੜਾ ਲਿਖਿਆ ਹੋਇਆ ਤੁਹਾਡੇ ਸਾਹਮਣੇ। ਉਸ ਤੋਂ ਬਾਅਦ ਇੱਕ ਹੋਰ ਉਦਾਹਰਣ ਦਿੱਤਾ ਹੋਇਆ, ਉਹ ਹੈਗਾ ਜੀ ਸਾਡਾ ਕਿ ਹਾਂ ਇੱਥੇ ਠੀਕ ਹੈ, ਹੁਣ ਠੀਕ ਹੈ। ਹਾਂਜੀ, ਅਗਲਾ ਉਦਾਹਰਣ ਹੈ, ਮੈਂ ਆਪਣੇ ਭਰਾ ਦੀ ਗੱਲ ਨਹੀਂ ਉਲਟੀ। ਵੀ ਮੈਂ ਆਪਣੇ ਭਰਾ ਦੀ ਗੱਲ ਕਦੇ ਵੀ ਨਹੀਂ ਮੋੜੀ। ਸੋ ਇਸ ਵਾਕ ਦੇ ਵਿੱਚ ਉਲਟੀ ਸ਼ਬਦ ਦਾ ਅਰਥ ਹੋ ਗਿਆ ਮੋੜੀ, ਮਤਲਬ ਉਸ ਨੂੰ ਅੱਗੋਂ ਮੋੜ ਕੇ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਦੇਖੋ ਜੀ, ਇੱਕ ਹੋਰ ਉਦਾਹਰਣ ਹੈ, ਬੱਸ ਉਲਟੀ ਪਰ ਬਚਾ ਹੋ ਗਿਆ। ਇਸ ਉਦਾਹਰਣ ਦੇ ਵਿੱਚ ਉਲਟੀ ਦਾ ਸ਼ਬਦ, ਉਲਟੀ ਦਾ ਮਤਲਬ ਡਿੱਗ ਗਈ ਜਾਂ ਪਲਟ ਗਈ। ਇੱਥੇ ਕੀ ਮਤਲਬ ਹੈ ਉਲਟੀ ਦਾ? ਡਿੱਗੀ ਜਾਂ ਪਲਟੀ।
उस तो बाद एक होर उदाहरण है, बहुत प्यारा उदाहरण है, उसने मेरी मदद तां की करनी सी, उल्टी विरोधता की। उल्टी इत्थे मतलब बनता है सगों, भी इत्थे उसने मेरी मदद तां की करनी सी, सगों विरोधता होर की। सो यह है ਜਿਹੜਾ उदाहरण है, ਇਹਦਾ ਵੀ ਤੁਸੀਂ ध्यान रखना है। ਵੱਖ-ਵੱਖ प्रसंगां दे विच शब्द उल्टी शब्द जोड़ इक्को जिहा ही लिखिया है, इक्को जिहा ही है। उल्टी शब्द है जिहड़ा, ਇਹਦੇ शब्द जोड़ इक्को ਜਿਹੇ लिखे हुए है, तो बोलण दे विच उचारण दे विच भी सेम ही है, सारे वाकां दे विच उल्टी शब्द, पर ਇਹਦੇ उदाहरण ਵੱਖ-ਵੱਖ प्रसंगां दे विच ਇਹਦੇ अर्थ किवें बदल गया देख लो उदाहरणों दे विच। तुसीं अगे आ गया जी अक। अक शब्द तुसीं सुनिया होया, ते अक दे वेख लो ਵੱਖ-ਵੱਖ प्रसंगां दे विच किवें अर्थ बनदे आ। पहला उदाहरण देखो, मैं उस दियां गल्लां सुन सुन के अक गया। अकेवा आ जाना किसी नूं, मतलब तंग आउणा, भी जदों कोई आपां किसी दी गल्लां तो बाहला तंग आ जाइए तां उहदे वास्ते आपां कह दिंदे आ भी अक जाना। मैं उस दियां गल्लां सुन सुन के अक गया। सो इत्थे अक शब्द के अर्थ बनते हैं तंग आउणा। उस तो बाद बच्चा पढ़ पढ़ के अक गया है, मतलब कि अक दा इत्थे मतलब की बनता भी थक गया हो, उन्होंने रैस्ट की लोड़ है। उस तो बाद देखो, अक दा बूटा बिना पानी दे रह सकता है। सो अक है जिहड़ा वो एक बूटा भी है, अपने बहुत हुंदा घरां दे नेड़े तेड़े, देखिया ही होना तुसीं अक दा बूटा। सो अक दा बूटा बिना पानी दे रह सकता है, यह भी एक उदाहरण है। सो ये विच अक शब्द हो गया एक बूटे का, अक का मतलब हो गया एक बूटा। उस तो बाद देखो, अक टिड्डा अक नूं बहुत प्यार करता है, इत्थे दो बारी आ गया। इत्थे इस आ जिहड़ा अक टिड्डा शब्द है, ये विच अक इहदा अक का मतलब बनता है एक कीड़ा, एक तरह का हुंदा है, अक टिड्डा जिन्हों कहा जाता है। सो इत्थे अक शब्द के मायने अर्थ होर हो गए। सो ये चार उदाहरण है, इन्हां चार उदाहरणों के विच ਵੱਖ-ਵੱਖ प्रसंगां दे विच अलग अलग वाकां दे विच तुसीं देखिया होना भी अक शब्द है जिहड़ा उहदे किवें अलग अलग अर्थ ने। अगला उदाहरण है साडा आकड़। आकड़ शब्द सुनिया होया सारिਆਂ ने, इहदियां उदाहरणां देखो। मैं उस दी आकड़ भन्न दित्ती। आकड़ भन्ननी एक मुहावरा, मुहावरेदार भाषा एक तरह की। आकड़ भन्ननी का मतलब होंदा किसी का अहंकार तोड़ देना, किसी का मान तोड़ देना। मैं उसकी आकड़ भन्न दित्ती, इत्थे आकड़ का मतलब हंकार तो है, इत्थे आकड़ का मतलब हंकार है। अगे देखो, सोहन अज मेरे नाल आकड़ गया। बड़ी माड़ी कीती सोहन ने, आकड़ पिया। सोहन अज मेरे नाल आकड़ गया का मतलब, इत्थे आकड़ का मतलब है कि लड़न लई तैयार हो गया, ਉਹਦੇ वास्ते आकड़ शब्द की वरतों। ठंड कारण उसके अंग आकड़ गए। सो इत्थे आकड़ शब्द के होर अर्थ बन गए भी जदों अंग ठंड दे विच सख्त हो जाते हैं, साडे जिहड़े अंग ने शरीर के, तो ਉਹਦੇ की होया, ठंड कारण उसके अंग हाथ आकड़ गए। हुण ठंड का मौसम है, ठंड के मौसम च बाहर जाने आपां कई बारी, तो उदों अपने हत्थ पैर है जिहड़े, अगर आपां कोई दस्ताने वगैरह नहीं चढ़ाए हुए तो ठंड ज़्यादा लगन करके आपां महसूस होंदा कि ये ठंड दे नाल आकड़ गए, उदों आपां नूं गरमैश की लोड़ होंदी है। ठंड कारण उसके अंग आकड़ गए। इत्थे आकड़ शब्द का अर्थ हो गया सख्त हो गए। बच्चे सौण तो पहला आकड़ लैंदे हन। आकड़ का मतलब हुंदा उबासियां जां अंगड़ाइयां जिहियां लैणियां, है ना, उसनूं इत्थे आकड़ शब्द के अर्थ हो गए उबासियां तो। सो आकड़ शब्द है जिहड़ा वो सारे वाकां दे विच तुसीं देख लो, शब्द जोड़ इक्को जिहा, बोलण दे विच भी आकड़ इक्को जिहा, पर इहदे ਵੱਖ-ਵੱਖ वाकां दे विच देखो किवें अर्थ तब्दील होए है। उस तो बाद अग्गा। अग्गा शब्द भी तुसीं सुनिया होया है। अग्गा शब्द के अर्थ देखो जी, अग्गा का मतलब एक हैगा मौका। सियाणा बंदा अग्गा पिछा देख के गल करता है, मतलब मौका देख के। गल उही है जिहड़ी मौके के अनुसार की जाए। सो इत्थे मौके वास्ते अग्गा शब्द की वरतों की है इस वाक दे विच, ते अग्गा का अर्थ बनता मौका, भी सियाणा बंदा मौके के हिसाब नाल गल करदा। उसने नेक काम करके अपना अग्गा सवार लिया। अग्गा सवारना ये भी एक मुहावरेदार भाषा है, जिहदा मतलब हुंदा है अपना अगला जन्म सुधारना, अग्गा। सो इत्थे उसने नेक काम करके अपना अगला जन्म सुधार लिया है। अग्गा सुधार लिया का मतलब अगला जन्म। पहले उदाहरण दे विच अग्गा का मतलब मौका, दूसरे दे विच अग्गा का मतलब अगला जन्म। उसकी कमीज का अग्गा फट गया है, मतलब अगला पासा
अगला हिस्सा जिहड़ा अगला पासा कमीज का वो फट गया है। सो इत्थे अग्गा शब्द इस वाक दे विच अग्गा शब्द के अर्थ बनते हैं अगला पासा। उस तो बाद देखो जी, राजू ने अपने इकलौते पुत्र नूं मार के अग्गा मार लिया। सो इस उदाहरण दे विच की होया कि राजू ने अपने इकलौते पुत्र नूं मार के अग्गा मार लिया। सो इत्थे अग्गा मारना एक मुहावरेदार भाषा है जिहदा मतलब होंदा है कि अग्गा मारना का मतलब होंदा है भी अगे कोई उसकी पीढ़ी नहीं चलेगी। हुण उहनूं कहा जांदा अग्गा मारना, भी गाह पीढ़ी नहीं वधेगी। राजू ने अपने इकलौते पुत्र नूं वाक तो समझ आ रहा, तुहानूं गल दा अर्थ पूरे समझ आ रहे हैं। इकलौते पुत्र नूं मार के अग्गा मार लिया। सो इत्थे अग्गा शब्द का अर्थ है संतान का होर वाधा। अगे देखो जी, अगली एक उदाहरण एक होर है, साडा अग्गा दिनों दिन नेड़े आ रहा है। इस उदाहरण दे विच अग्गा का मतलब मौत का दिन जां बुढ़ेपा, अगला समा। भी साडा अग्गा मतलब अगला समा, मौत का दिन। अगला समा किहड़ा हो सकता है कदों भी, है ना। सो ये बुढ़ेपा, मौत का दिन, ये सारे अगले समय के प्रतीक है। उहदे वास्ते अग्गा शब्द की वरतों जिहदे इस वाक दे विच अर्थ बनते हैं मौत का दिन जां बुढ़ेपा। उस तो बाद गल आ गई जी सत शब्द तुसीं सुनिया होया सारिਆਂ ने, देखते हैं आप। हाँ जी, एक सत का मतलब होंदा है उस दियां गल्लां सुन के मैं सत गया। इत्थे सत जाना का मतलब है तंग हो जाना। सो इत्थे सत शब्द के अर्थ हो गए जी होर। इत्थे सत का मतलब हो गया तंग होना। सो इत्थे जिहड़ा पहले वाक है, पहला वाक, उहदे विच सत के अर्थ जिहड़े बनते हैं वो की बनते हैं, तंग होना। दूसरा, बुढ़ापे विच सत नहीं रहिंदा। सो इस वाक दे विच सत शब्द का मतलब ताकत। उस तो बाद जो हो रहा है सब सत है। आप ये वाक अक्सर आप भी आप यूज करते हैं भी जो हो रहा बस ठीक है, पर सही मायने दे विच हुंदा भी जो हो रहा सब सत है। सब सत है, इत्थे सत का मतलब है ठीक। उस तो बाद है जी निंबू का सत सेहत लई ठीक रहिंदा है। सो इत्थे जिहड़ा सत शब्द है उहदे अर्थ बनते हैं निचोड़, रस। निंबू का सत जां निचोड़ जां रस। सो निंबू का रस है जिहड़ा वो सेहत लई ठीक रहिंदा है। इस वाक दे विच सत शब्द के अर्थ बन गए निचोड़। उस तो बाद एक होर है, वह जत सत वाला व्यक्ति है। ये गल तुसीं सुनी होनी है, जत सत शब्द तुसीं अक्सर सुनिया होना। इत्थे इस वाक दे विच सत शब्द का अर्थ बनता है ब्रह्माचरण। ये शब्द ਵੱਖ-ਵੱਖ प्रसंगां दे विच सत शब्द है जिहड़ा उहदा तुसीं उदाहरणां देखियां भी किवें आपां वाक दे विच जदों उहदी वरतों कीती तां ये अर्थां दे आधार ते सत शब्द दे विच किवें अर्थ मतलब वाक दे अनुसार किवें तब्दील हुंदा ते इहदा बोलण दे विच सत ही रहिंदा, लिखण दे विच भी ऐं लिखिया जांदा जिवें सारीआं उदाहरणां दे विच लिखिया होया। इहनूं कहा जांदा शब्द जोड़, भी शब्द जोड़ उहदा इक्को जिहा रहिंदा। उस तो बाद है जी सट। सट ਇਹਦੀਆਂ ਉਦਾਹਰਨਾਂ देख लो भी सट शब्द है ਜਿਹੜਾ ਵੱਖ-ਵੱਖ ਵਾਕਾਂ ਦੇ ਵਿੱਚ ਜਦੋਂ ਆਪਾਂ ਵਰਤਦੇ ਆ ਉਦੋਂ ਇਹਦੇ ਮਾਇਨੇ अर्थ ਕਿਵੇਂ ਬਦਲਦੇ ਆ। ਉਸ ਦੇ ਪੈਰ ਤੇ ਸੱਟ ਲੱਗ ਗਈ, ਇੱਥੇ ਸੱਟ ਦਾ ਮਤਲਬ ਚੋਟ ਲੱਗ ਗਈ। ਕਿਸੇ ਆਪਣੇ ਦੇ ਮਰਨ ਦੀ ਸੱਟ ਸਹਿ ਨਹੀਂ ਹੁੰਦੀ, ਇੱਥੇ ਸੱਟ ਸ਼ਬਦ ਦੇ ਮਤਲਬ ਵੀ ਦੁੱਖ। ਸੱਟ ਸਹਿ ਨਹੀਂ ਹੁੰਦੀ ਦਾ मतलब ਵੀ ਦੁੱਖ ਸਹਿਣ ਨਹੀਂ ਹੁੰਦਾ। उस तो बाद उसने शाम नूं कोठे तो सट दिता। तुसीं सुट दिता भी सुनिया होना, सुट दिता भी पढ़ते हैं किताबां दे विच, सट दिता भी हुंदा। दोनों सही है, कोई दिक्कत नहीं है। उदाहरण दे रखे किताबां दे विच व्याकरण दीआं चाह। उसने शाम नूं कोठे तो सट दिता दा मतलब भी डेग दिता, सुट दिता, जिन्हों आपां सुट दिता भी कह दिंदे। उस तो बाद अगे देख लो जी सर शब्द दे। ये सर शब्द तो बहुत इंपोर्टेंट है, ਇਹਦਾ थोड़ा ਜਿਹਾ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹਾਲਾਂਕਿ ਸਾਰੇ ਹੀ ਇੰਪੋਰਟੈਂਟ ਹੈ, ਆਪਾਂ ਕੋਈ ਵੀ ਇਸ ਤਰ੍ਹਾਂ ਦਾ ਉਦਾਹਰਣ ਨਹੀਂ ਕਰਾਉਂਦੇ ਵੀ ਜਿਹੜਾ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਇੰਪੋਰਟੈਂਟ ਹੀ ਨਾ ਹੋਵੇ। ਐਵੇਂ ਹੀ ਸਟੂਡੈਂਟ ਨੂੰ ਭਾਰ ਨਹੀਂ ਚੁਕਾਉਂਦੇ, ਇਸ ਕਰਕੇ ਕੰਮ ਦੀ ਗੱਲ ਹੀ ਆਪਾਂ ਕਰਨੀ ਹੈ। ਸਰ ਸ਼ਬਦ ਸੁਣਿਆ ਹੋਣਾ ਤੁਸੀਂ, ਦੇਖ ਲਓ ਸਰ ਸ਼ਬਦ ਦੇ ਵੱਖ-ਵੱਖ ਵਾਕਾਂ ਦੇ ਵਿੱਚ ਵੱਖ-ਵੱਖ ਪ੍ਰਸੰਗ ਦੇ ਅਨੁਸਾਰ ਕਿਵੇਂ ਅਰਥ ਬਦਲਦੇ ਆ। ਦੇਖੋ, ਬਹਾਦਰ ਹੀ ਕਿਲਾ ਸਰ ਕਰਦੇ ਹਨ। ਇੱਥੇ ਸਰ ਕਰਨ ਦਾ ਮਤਲਬ ਵੀ ਜਿੱਤਣਾ, भी बहादुर ही किला जितते हैं। ताश खेडदिया मेरी एक भी सर ना बनी। सर का मतलब भी ताश की सर होंदी है जिहड़ी सर बननी। उस तो बाद इस सर का पानी बहुत ठंडा है। इत्थे सर का अर्थ सरोवर है।
ਸਰਕੜੇ ਦੀ ਸਰ ਛੇਤੀ ਸੜ ਜਾਂਦੀ ਹੈ। ਇੱਥੇ ਜਿਹੜਾ ਸਰ ਸ਼ਬਦ ਦਾ ਮਤਲਬ ਘਾਹ, ਜਿਹੜੇ ਸਰਕੜੇ ਲੱਗੇ ਹੁੰਦੇ ਆ ਨਹਿਰ ਦੇ ਆਲੇ ਦੁਆਲੇ, ਉਹਨਾਂ ਨੂੰ ਇੱਥੇ ਕਿਹਾ ਗਿਆ ਸਰ। ਉਸ ਨੂੰ ਸਰ ਦੀ ਉਪਾਧੀ ਮਿਲੀ ਸੀ। ਸੋ ਇਹ ਸਰ ਦੀ ਉਪਾਧੀ ਹੈ ਜਿਹੜੀ, ਸਰ ਦਾ ਮਤਲਬ ਇੱਕ ਖਿਤਾਬ, ਸਰ ਖਿਤਾਬ ਦੇਣਾ ਕਿਸੇ ਨੂੰ, ਉਪਾਧੀ ਦੇਣੀ। ਉਹ ਬਿਨਾਂ ਕਾਰਨ ਉਸ ਤੋਂ ਉਸ ਦੇ ਸਰ ਹੁੰਦਾ ਹੈ। ਇਸ ਵਾਕ ਦੇ ਵਿੱਚ ਸਰ ਦਾ ਮਤਲਬ ਹੁੰਦਾ ਕਿਸੇ ਦੇ ਪਿੱਛੇ ਪੈ ਜਾਣਾ, ਵੀ ਉਹ ਬਿਨਾਂ ਕਾਰਨ ਤੋਂ ਉਸ ਦੇ ਪਿੱਛੇ ਪੈ ਗਿਆ ਹੈ। ਤੁਹਾਡਾ ਕਰਕੇ ਮੇਰਾ ਕੰਮ ਸਰ ਗਿਆ ਹੈ। ਇੱਥੇ ਸਰ ਦੇ ਅਰਥ ਬਣਦੇ ਆ ਵੀ ਪੂਰਾ ਹੋ ਗਿਆ ਹੈ, ਕੰਮ ਮੇਰਾ ਠੀਕ ਠਾਕ ਪੂਰਾ ਹੋ ਗਿਆ ਹੈ, ਵੀ ਤੁਹਾਡਾ ਕਰਕੇ ਮੇਰਾ ਕੰਮ ਸਰ ਗਿਆ ਹੈ, ਟਾਈਮ ਪਾਸ ਹੋ ਗਿਆ ਜਿਹਨੂੰ ਕਹਿ ਦਿੰਦੇ ਆਪਾਂ। ਉਸ ਤੋਂ ਬਾਅਦ ਆ ਗਿਆ ਜੀ ਖਾਤਰ। ਖਾਤਰ ਸ਼ਬਦ ਦੇ ਵੀ ਅਰਥ ਬੜੇ ਪਿਆਰੇ ਬਣਦੇ ਹੈ। ਇਹਦੇ ਵੀ ਵੱਖ-ਵੱਖ ਵਾਕਾਂ ਦੇ ਵਿੱਚ ਅਰਥ ਵੱਖ ਬਣਦੇ ਆ। ਸਰ ਸ਼ਬਦ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਖਾਤਰ। ਖਾਤਰ ਦੇਖੋ, ਖਾਤਰ ਦਾ ਵੀ ਇਸ ਵਾਕ ਦੇ, ਇਸ ਸ਼ਬਦ ਦੇ ਵੀ ਆਪਣੇ ਹੀ ਨਜ਼ਾਰੇ ਆ। ਦੇਖੋ, ਅਸੀਂ ਮਹਿਮਾਨਾਂ ਦੀ ਖੂਬ ਖਾਤਰ ਕੀਤੀ। ਅੱਛਾ, ਜੇ ਤਾਂ ਮਹਿਮਾਨਾਂ ਦੀ ਖਾਤਰ ਕੀਤੀ ਤਾਂ ਫੇਰ ਹੈਗਾ ਜੀ ਆਓ ਭਗਤ, ਵੀ ਸਤਿਕਾਰ ਕੀਤਾ। ਤੇ ਜੇ ਮਤਲਬ ਕਿਸੇ ਕ੍ਰਿਮੀਨਲ ਦੀ, ਚੋਰ ਦੀ ਖਾਤਰ ਕੀਤੀ ਤਾਂ ਇਹਦਾ ਮਤਲਬ ਮਾਰ ਕੁਟਾਈ ਕੀਤੀ। ਦੇਖ ਲਓ, ਹੈ ਇੱਕੋ ਹੀ ਗੱਲ ਹੈ ਵੀ ਅਸੀਂ ਮਹਿਮਾਨਾਂ ਦੀ ਖੂਬ ਖਾਤਰ ਕੀਤੀ ਤੇ ਪੁਲਿਸ ਨੇ ਚੋਰ ਦੀ ਖਾਤਰ ਕੀਤੀ। ਆਪਾਂ ਨੂੰ ਲੱਗਦਾ ਵੀ ਠੀਕ ਹੈ, ਦੋਨਾਂ ਦੇ ਵਿੱਚ ਖਾਤਰ ਸ਼ਬਦ ਹੈ। ਸ਼ਬਦ ਖਾਤਰ ਐਵੇਂ ਹੀ ਲਿਖਿਆ, ਮਤਲਬ ਸ਼ਬਦ ਜੋੜ ਪਹਿਲੇ ਵਾਕ ਦੇ ਵਿੱਚ ਤੇ ਦੂਜੇ ਵਾਕ ਦੇ ਵਿੱਚ ਸ਼ਬਦ ਜੋੜ ਵੀ ਇੱਕੋ ਜਿਹਾ, ਬੋਲਣ ਦੇ ਵਿੱਚ ਵੀ ਇਹ ਇੱਕੋ ਜਿਹਾ। ਖਾਤਰ ਇੱਥੇ ਬੋਲਿਆ ਜਾਊਗਾ, ਖਾਤਰ ਇੱਥੇ ਬੋਲਿਆ ਜਾਊਗਾ, ਪਰ ਦੋਨਾਂ ਦੇ ਵਿੱਚ ਇਹਦੇ ਅਰਥ ਤਬਦੀਲ ਹੋ ਗਏ। ਅਸੀਂ ਮਹਿਮਾਨਾਂ ਦੀ ਖੂਬ ਖਾਤਰ ਕੀਤੀ। ਮਹਿਮਾਨਾਂ ਦੀ ਮਾਰ ਕੁਟਾਈ ਨਹੀਂ ਹੁੰਦੀ, ਮਹਿਮਾਨਾਂ ਦੀ ਆਓ ਭਗਤ ਹੁੰਦੀ ਹੈ। ਤੇ ਪੁਲਿਸ ਨੇ ਚੋਰ ਦੀ ਖਾਤਰ ਕੀਤੀ। ਹੁਣ ਆਪਾਂ ਨੂੰ ਪਤਾ ਵੀ ਚੋਰ ਦੀ ਆਓ ਭਗਤ ਤਾਂ ਹੁੰਦੀ ਨਹੀਂ, ਹੈ ਨਾ। ਫਿਰ ਚੋਰ ਦੀ ਕੀ ਹੁੰਦੀ ਹੈ? ਮਾਰ ਕੁਟਾਈ। ਮੈਂ ਤੁਹਾਡੀ ਖਾਤਰ ਇੱਥੇ ਆਇਆ ਹਾਂ। ਤੀਜੇ ਵਾਕ ਦੇ ਵਿੱਚ ਖਾਤਰ ਸ਼ਬਦ ਦੇ ਅਰਥ ਤੁਹਾਡੇ ਲਈ ਇੱਥੇ ਆਇਆ ਹਾਂ ਜਾਂ ਤੁਹਾਡੇ ਵਾਸਤੇ ਇੱਥੇ ਆਇਆ ਹਾਂ। ਇੱਥੇ ਖਾਤਰ ਸ਼ਬਦ ਦੇ ਹੋਰ ਹੋ ਗਏ। ਹਾਰ। ਹਾਰ ਸ਼ਬਦ ਦੇ ਦੇਖਦੇ ਆ ਜੀ, ਦੇਖੋ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਕਿਵੇਂ ਅਰਥ ਬਦਲਦੇ ਆ ਇਹਦੇ। ਮੰਤਰੀ ਜੀ ਦਾ ਸਵਾਗਤ ਹਾਰ ਪਾ ਕੇ ਕੀਤਾ ਗਿਆ। ਇੱਥੇ ਹਾਰ ਮਤਲਬ ਫੁੱਲਾਂ ਦਾ ਹਾਰ। ਉਸ ਨੇ ਆਪਣਾ ਗਲੇ ਦਾ ਹਾਰ ਗਵਾ ਲਿਆ। ਇੱਥੇ ਹਾਰ ਦਾ ਮਤਲਬ ਇੱਕ ਗਹਿਣਾ। ਸੰਸਾਰ ਵਿੱਚ ਜਿੱਤ ਹਾਰ ਤਾਂ ਲੱਗੀ ਰਹਿੰਦੀ ਹੈ, ਇੱਥੇ ਹਾਰ ਦਾ ਮਤਲਬ ਹੈ ਵੀ ਵਾਧਾ ਘਾਟਾ, ਜਿੱਤ ਦਾ ਵਿਰੋਧੀ ਸ਼ਬਦ ਹਾਰ। ਇਸ ਤੋਂ ਬਾਅਦ ਸਾਨੂੰ ਸਿਰਜਣਹਾਰ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ। ਸੋ ਇਸ ਵਾਕ ਦੇ ਵਿੱਚ ਜਿਹੜਾ ਹਾਰ ਸ਼ਬਦ ਆਪਾਂ ਵਰਤਿਆ ਹੈ ਉਹ ਉਸ ਦਾ ਮਤਲਬ ਹੈ ਕਰਨ ਵਾਲਾ। ਸਿਰਜਣਹਾਰ ਪਰਮਾਤਮਾ ਵਾਸਤੇ ਵਰਤਿਆ ਗਿਆ ਹੈ। ਹਾਰ ਸ਼ਬਦ ਦਾ ਮਤਲਬ ਹੁੰਦਾ ਹੈ ਕਰਨ ਵਾਲਾ, ਤੇ ਸਿਰਜਣ ਦਾ ਮਤਲਬ ਸਿਰਜਣਾ, ਸਿਰਜਣਾ ਕਰਨ ਵਾਲਾ, ਬਣਾਉਣ ਵਾਲਾ ਕੌਣ ਹੈ? ਪਰਮਾਤਮਾ। ਸਾਨੂੰ ਬੁੱਧੂਆਂ ਹਾਰ ਕੰਮ ਨਹੀਂ ਕਰਨਾ ਚਾਹੀਦਾ। ਇਹਨੂੰ ਦੂਸਰੀ ਤਰ੍ਹਾਂ ਪੜ੍ਹੋ, ਸਾਨੂੰ ਬੁੱਧੂਆਂ ਵਾਂਗ ਜਾਂ ਬੁੱਧੂਆਂ ਦੀ ਤਰ੍ਹਾਂ ਕੰਮ ਨਹੀਂ ਕਰਨਾ ਚਾਹੀਦਾ। ਸੋ ਇੱਥੇ ਹਾਰ ਦਾ ਮਤਲਬ ਹੈਗਾ ਵਾਂਗ ਜਾਂ ਤਰ੍ਹਾਂ। ਉਸ ਤੋਂ ਬਾਅਦ ਅੱਗੇ ਦੇਖੋ, ਮੈਂ ਉਸ ਨੂੰ ਸਮਝਾ ਕੇ ਹਾਰ ਗਿਆ। ਹਾਰ ਲਿਖਣਾ ਸੀ ਇੱਥੇ, ਹਾਰ ਗਿਆ ਨਹੀਂ। ਮੈਂ ਉਸ ਨੂੰ ਸਮਝਾ ਕੇ ਹਾਰ ਗਿਆ। ਮੈਂ ਉਸ ਨੂੰ ਸਮਝਾ ਕੇ ਹਾਰ ਗਿਆ। ਇੱਥੇ ਕੰਨੇ ਦੀ ਮਾਤਰਾ ਲੱਗੂਗੀ। ਹਾਰ ਦਾ ਮਤਲਬ ਇੱਥੇ ਥੱਕ ਗਿਆ, ਵੀ ਮੈਂ ਉਸ ਨੂੰ ਸਮਝਾ ਕੇ ਥੱਕ ਗਿਆ। ਸਾਡਾ ਸਕੂਲ ਹਾਕੀ ਦਾ ਮੈਚ ਹਾਰ ਗਿਆ। ਸੋ ਇੱਥੇ ਹਾਰ ਹੈ ਜਿਹੜਾ ਹਾਰਨਾ, ਜਿੱਤ ਦਾ ਵਿਰੋਧੀ ਦੇ ਰੱਖਿਆ। ਸੋ ਇਹ ਵੱਖ-ਵੱਖ ਪ੍ਰਸੰਗਾਂ ਦੇ ਵਿੱਚ, ਵੱਖ-ਵੱਖ ਵਾਕਾਂ ਦੇ ਵਿੱਚ ਇਹ ਤੁਸੀਂ ਦੇਖ ਲਓ ਵੀ ਹਾਰ ਸ਼ਬਦ ਦੇ ਅਰਥ ਕਿਵੇਂ ਬਦਲੇ ਆ। ਉਸ ਤੋਂ ਬਾਅਦ ਇੱਕ ਹੋਰ ਉਦਾਹਰਣ ਹੈ ਕੱਚਾ। ਕੱਚਾ ਸ਼ਬਦ ਵੀ ਤੁਸੀਂ ਸੁਣਿਆ ਹੋਇਆ ਸਾਰਿਆਂ ਨੇ। ਹੁਣ ਦੇਖਦੇ ਹਾਂ ਜੀ ਕੱਚਾ ਸ਼ਬਦ ਦੇ ਕਿਵੇਂ ਅਰਥ ਬਦਲਦੇ ਆ। ਇਹ ਪਰੌਂਠਾ ਕੱਚਾ ਹੈ। ਕੱਚਾ ਮਤਲਬ ਵੀ ਇਹਨੂੰ ਘੱਟ ਸੇਕ ਲੱਗਿਆ ਹੋਇਆ। ਕੱਚਾ ਆਦਮੀ ਵਿਸ਼ਵਾਸਯੋਗ ਨਹੀਂ ਹੁੰਦਾ। ਇਸ ਵਾਕ ਦੇ ਵਿੱਚ ਕੱਚਾ ਸ਼ਬਦ ਦੇ ਅਰਥ ਹੈ ਝੂਠਾ। ਉਹ ਗਲਤੀ ਕਰਕੇ ਬਹੁਤ ਕੱਚਾ ਹੋਇਆ। ਇੱਥੇ ਕੱਚਾ ਹੋਣਾ ਇੱਕ ਮੁਹਾਵਰੇਦਾਰ ਭਾਸ਼ਾ, ਇੱਕ ਮੁਹਾਵਰਾ। ਕੱਚਾ ਹੋਣਾ ਦਾ ਮਤਲਬ ਹੁੰਦਾ ਸ਼ਰਮਿੰਦਾ ਹੋਣਾ। ਸੋ ਇੱਥੇ ਕੱਚਾ ਸ਼ਬਦ ਦੇ ਮਤਲਬ ਸ਼ਰਮਿੰਦਾ। ਉਸ ਦਾ ਦਿਲ ਕੱਚਾ ਹੋ ਗਿਆ ਹੈ, ਮਤਲਬ ਦਿਲ ਖਰਾਬ ਹੋ ਗਿਆ ਹੈ। ਕਈ ਵਾਰੀ ਆਪਾਂ ਲੰਮਾ ਸਫ਼ਰ ਵਗੈਰਾ ਕਰਦੇ ਹਾਂ, ਆਪਣਾ ਦਿਲ ਜਿਹਾ ਘਬਰਾਉਣ ਲੱਗ ਜਾਂਦਾ, ਵੀ ਜੀ ਕੱਚਾ ਹੁੰਦਾ। ਵੈਸੇ ਹੀ ਕਹਿ ਦਿੰਦੇ ਆਪਾਂ ਭਾਸ਼ਾ ਆਪਣੀ ਬੋਲਣ ਦੇ ਵਿੱਚ, ਉਸ ਦਾ ਦਿਲ ਕੱਚਾ ਹੋ ਗਿਆ ਹੈ, ਮਤਲਬ ਉਸ ਦਾ ਦਿਲ ਖਰਾਬ ਹੋ ਗਿਆ ਹੈ। ਇਸ ਕਾਪੀ ਵਿੱਚ ਮੈਂ ਕੱਚਾ ਕੰਮ ਕਰਦਾ। ਸੋ ਕੱਚਾ ਸ਼ਬਦ ਇੱਥੇ ਰਫ ਵਰਕ ਜਿਹੜਾ, ਉਹਦੇ ਵਾਸਤੇ ਆਪਾਂ ਰਫ ਵਰਕ ਜਿਹੜਾ ਕਰਦੇ ਹਾਂ ਉਹਦੇ ਵਾਸਤੇ ਵਰਤਿਆ ਹੋਇਆ ਕੱਚਾ ਸ਼ਬਦ। ਇਸ ਚੁੰਨੀ ਦਾ ਰੰਗ ਕੱਚਾ ਹੈ, ਮਤਲਬ ਪੱਕਾ ਨਹੀਂ ਹੈ। ਸੋ ਇੱਥੇ ਕੱਚਾ
ਪੱਕੇ ਦਾ ਵਿਰੋਧੀ, ਪੱਕੇ ਦਾ ਅਪੋਜਿਟ ਵਾਸਤੇ ਵਰਤਿਆ ਗਿਆ ਹੈ। ਸੋ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਕੱਚਾ ਸ਼ਬਦ ਦੇ ਆਪਾਂ ਵੇਖਿਆ ਵੀ ਵਾਕ ਦੇ ਵਿੱਚ ਕਿਵੇਂ ਕੱਚਾ ਸ਼ਬਦ ਆਉਣ ਦੇ ਨਾਲ ਉਹਦੇ ਅਰਥ ਕਿਵੇਂ ਬਦਲਦੇ ਆ, ਪ੍ਰਸੰਗਾਂ ਦੇ ਅਨੁਸਾਰ ਆਪਾਂ ਦੇਖ ਲਿਆ। ਉਸ ਤੋਂ ਬਾਅਦ ਆ ਗੱਲ ਕਰਦੇ ਆਪਾਂ ਸੰਗ ਸ਼ਬਦ ਦੀ। ਸੰਗ ਸ਼ਬਦ ਵੀ ਆਪਾਂ ਨੂੰ ਸੁਣਿਆ ਹੋਇਆ। ਸੰਗ, ਚੰਗਾ ਕੰਮ ਕਰਨ ਵੇਲੇ ਸੰਗ ਨਾ ਕਰੋ। ਇੱਥੇ ਸੰਗ ਦਾ ਮਤਲਬ ਹੈ ਸ਼ਰਮ, ਵੀ ਚੰਗਾ ਕੰਮ ਕਰਨ ਵੇਲੇ ਸ਼ਰਮ ਨਾ ਕਰੋ। ਪਰਮਾਤਮਾ ਸਾਡੇ ਅੰਗ ਸੰਗ ਹੈ। ਅੰਗ ਸੰਗ ਦਾ ਮਤਲਬ ਵੀ ਪਰਮਾਤਮਾ ਸਾਡੇ ਨਾਲ ਸਹਾਈ ਹੈ, ਸਾਡਾ ਸਾਥੀ ਹੈ, ਸਾਡੇ ਸਾਥ ਹੈ, ਸਾਡੇ ਨਾਲ ਹੈ। ਇੱਥੇ ਸੰਗ ਦਾ ਮਤਲਬ ਸਾਥ। ਸਾਨੂੰ ਮਾੜੇ ਬੰਦੇ ਦਾ ਸੰਗ ਨਹੀਂ ਕਰਨਾ ਚਾਹੀਦਾ। ਇਸ ਵਾਕ ਦੇ ਵਿੱਚ ਸੰਗ ਸ਼ਬਦ ਦਾ ਮਤਲਬ ਸੰਗਤ, ਸੰਗਤੀ ਮਾੜੀ ਨਹੀਂ ਹੋਣੀ ਚਾਹੀਦੀ। ਇਸ ਮਕਾਨ ਵਿੱਚ ਸੰਗਮਰਮਰ ਦੀ ਵਰਤੋਂ ਕੀਤੀ ਗਈ ਹੈ। ਸੰਗ ਦਾ ਮਤਲਬ ਇੱਥੇ ਪੱਥਰ। ਸੰਗ ਦਿਲ, ਸੰਗ ਦਿਲ ਦਾ ਮਤਲਬ ਹੁੰਦਾ ਕਠੋਰ ਦਿਲ। ਸੰਗ ਦਿਲ ਸ਼ਬਦ ਸੁਣਿਆ ਹੋਇਆ ਨਾ ਤੁਸੀਂ, ਸੰਗ ਦਿਲ। ਮੈਨੂੰ ਲੋਕੀ ਕਹਿੰਦੇ ਇਹ ਸੰਗ ਦਿਲ ਹੈ, ਇਸ ਦੇ ਦਿਲ ਵਿੱਚ ਪਿਆਰ ਨਹੀਂ। ਇੱਥੇ ਸੰਗ ਦਿਲ ਦਾ ਮਤਲਬ ਕਠੋਰ ਦਿਲ, ਪੱਥਰ ਦਿਲ। ਉਸ ਤੋਂ ਬਾਅਦ ਦੇਖ ਲਿਆ ਸੰਗ ਸ਼ਬਦ ਕਿਵੇਂ ਇਹਦੇ ਵਿੱਚ ਪੱਥਰ, ਇਹਦਾ ਅਰਥ ਪੱਥਰ ਬਣਦਾ। ਇਵੇਂ ਹੀ ਸੰਗ ਜਿਹੜਾ ਸ਼ਬਦ ਹੈ ਇਹ ਵੱਖ-ਵੱਖ ਵਾਕਾਂ ਦੇ ਵਿੱਚ ਆਇਆ ਅਤੇ ਉਹਦੇ ਅਰਥ ਵੀ ਵੱਖ-ਵੱਖ ਨੇ, ਅਲੱਗ-ਅਲੱਗ ਨੇ। ਉਸ ਤੋਂ ਬਾਅਦ ਦੇਖੋ ਜੀ ਡੰਡੀ। ਡੰਡੀ ਸ਼ਬਦ ਤੱਕੜੀ ਦੀ ਡੰਡੀ ਕਮਜ਼ੋਰ ਹੈ। ਸੋ ਇੱਥੇ ਡੰਡੀ ਦਾ ਮਤਲਬ ਸੋਟੀ ਜਿਹੜੀ ਲੱਗੀ ਹੁੰਦੀ ਆ ਉੱਪਰ, ਉਹ ਡੰਡੀ ਕਮਜ਼ੋਰ ਹੈ। ਗੁਲਾਬ ਦਾ ਫੁੱਲ, ਗੁਲਾਬ ਦਾ ਫੁੱਲ ਡੰਡੀ 'ਤੇ ਲੱਗਿਆ ਹੈ। ਇਹਦੇ ਵਿੱਚ ਦਰੁਸਤ ਕਰਨ ਵਾਲੀਆਂ, ਗੁਲਾਬ ਦਾ ਫੁੱਟ ਨਹੀਂ ਹੁੰਦਾ ਓਏ, ਫੁੱਲ ਹੁੰਦਾ। ਗੁਲਾਬ ਦਾ ਫੁੱਲ ਡੰਡੀ 'ਤੇ ਲੱਗਿਆ ਹੈ। ਗੁਲਾਬ ਦਾ ਫੁੱਲ ਡੰਡੀ 'ਤੇ ਲੱਗਿਆ ਹੈ। ਗੁਲਾਬ ਦਾ ਫੁੱਲ ਹੈ ਜਿਹੜਾ ਉਹ ਗੁਲਾਬ ਦੀ ਡੰਡੀ 'ਤੇ ਲੱਗਿਆ ਹੈ। ਸੋ ਇੱਥੇ ਡੰਡੀ ਦਾ ਮਤਲਬ ਟਾਹਣੀ। ਅੱਗੇ ਦੇਖਦੇ ਹਾਂ ਕਿ ਡੰਡੀ ਇੱਕ ਪ੍ਰਕਾਰ ਦਾ ਗਹਿਣਾ ਹੈ। ਸੋ ਇੱਕ ਇਹ ਪਾਉਣ ਵਾਲਾ ਗਹਿਣਾ ਡੰਡੀ। ਉਸ ਤੋਂ ਬਾਅਦ ਖੇਡ ਜਾਣ ਲਈ, ਖੇਤ ਜਾਣ ਲਈ, ਸੌਰੀ ਮਾਫ ਕਰਨਾ, ਖੇਤ ਹੈ ਇੱਥੇ। ਇਹ ਜਿਹੜੇ ਆ ਇਹਨੂੰ ਦਰੁਸਤ ਕੀਤਾ ਗਿਆ, ਗਲਤੀਆਂ ਨੂੰ ਹੌਲੀ ਹੌਲੀ ਇਹ ਸੁਧਾਰ ਹੋ ਜਾਵੇਗਾ। ਉਸ ਤੋਂ ਬਾਅਦ ਦੇਖੋ ਖੇਤ ਜਾਣ ਲਈ ਡੰਡੀ ਬਣਾਈ ਹੋਈ ਹੈ। ਛੋਟਾ ਰਸਤਾ ਹੁੰਦਾ ਨਾ ਜਿਹੜਾ ਡੰਡੀਓਂ ਡੰਡੀ ਜਾਵੇ, ਤਾਂ ਉਹ ਜਿਹੜਾ ਨਿੱਕਾ ਰਸਤਾ ਬਣਿਆ ਹੋਇਆ ਡੰਡੀ ਖੇਤਾਂ ਦੇ ਵਿੱਚ ਅਕਸਰ ਬਣੀ ਹੁੰਦੀ ਹੈ। ਇੱਕ ਡੰਡੀ ਪੂਰਨ ਵਿਸ਼ਰਾਮ ਨੂੰ ਵੀ ਕਹਿ ਦਿੰਦੇ ਆਪਾਂ, ਪੂਰਨ ਵਿਸ਼ਰਾਮ ਜਾਂ ਡੰਡੀ, ਜਿਹੜਾ ਆਪਾਂ ਪੂਰਨ ਵਿਸ਼ਰਾਮ ਲੱਗਾ ਹੋਇਆ ਵਾਕਾਂ ਦੇ ਅੰਤ ਦੇ ਵਿੱਚ, ਡੰਡੀ ਉਹਨੂੰ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਇੱਕ ਸ਼ਬਦ ਆ ਗਿਆ ਤਰ। ਹਾਂਜੀ, ਤਰ ਸ਼ਬਦ ਦੇ ਵੀ ਆਪਣੇ ਅਰਥ ਨੇ ਵੱਖ-ਵੱਖ ਪ੍ਰਸੰਗਾਂ ਦੇ ਵਿੱਚ। ਤਰ ਸ਼ਬਦ ਦੇ ਅਰਥ ਦੇਖ ਲਓ ਕਿਵੇਂ ਹੈ। ਹਾਂਜੀ, ਹੁਣ ਠੀਕ ਹੈ। ਹਾਂ, ਤਰ ਦਾ ਮਤਲਬ ਸਾਨੂੰ ਵਿਆਹ ਵਿੱਚ ਤਰ ਮਾਲ ਮਿਲਿਆ, ਮਤਲਬ ਕੀਮਤੀ ਚੀਜ਼ਾਂ ਮਿਲਣੀਆਂ ਜਦੋਂ ਆਪਾਂ ਉਹਦੇ ਵਾਸਤੇ ਤਰ ਸ਼ਬਦ, ਕੀਮਤੀ, ਤਰਦਾ ਮਾਲ। ਕਈ ਵਾਰੀ ਆਪਾਂ ਕਹਿ ਦਿੰਦੇ ਤਰਦਾ ਕੋਈ ਚੀਜ਼ ਮਿਲ ਜਾਣੀ ਆਪਾਂ ਨੂੰ ਕੀਮਤੀ, ਉਹਦੇ ਵਾਸਤੇ ਤਰਦਾ ਮਾਲ ਦੀ ਵਰਤੋਂ ਕਰਦੇ। ਸਾਨੂੰ ਤਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਇਸ ਵਾਕ ਦੇ ਵਿੱਚ ਤਰ ਦਾ ਮਤਲਬ ਤਰਾਵਟ ਵਾਲੀਆਂ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ। ਤਰ ਇੱਟਾਂ ਸੀਮੈਂਟ ਦੀ ਪਕੜ ਕਰਦੀਆਂ ਹਨ। ਸੋ ਤਰ ਦਾ ਮਤਲਬ ਇੱਥੇ ਗਿੱਲੀਆਂ, ਵੀ ਗਿੱਲੀਆਂ ਇੱਟਾਂ। ਉਹ ਜਦੋਂ ਤੁਸੀਂ ਘਰਾਂ ਦੇ ਵਿੱਚ ਵੇਖਿਆ ਹੋਣਾ ਵੀ ਜਦੋਂ ਆਪਾਂ ਕੰਸਟਰਕਸ਼ਨ ਦਾ ਕੰਮ ਕਰਦੇ ਆ ਸਾਡੇ ਮਿਸਤਰੀ ਲੋਕ, ਤਾਂ ਉਦੋਂ ਕੀ ਕਰਦੇ ਆ, ਉਹ ਇੱਟਾਂ ਦੀ ਤਰਾਈ ਕਰਦੇ ਆ, ਤਰ ਕਰਦੇ ਆ ਉਹਨਾਂ ਨੂੰ, ਮਤਲਬ ਗਿੱਲੀਆਂ ਕਰਦੇ ਆ ਇੱਟਾਂ। ਇਹ ਤਰ ਬੜੀ ਮੁਲਾਇਮ ਹੈ। ਤਰ ਇੱਕ ਫਲ ਫਰੂਟ ਹੈ ਜਿਹੜਾ ਮੈਂ ਇਸ ਤਲਾਬ ਵਿੱਚ ਤਰ ਸਕਦਾ ਹਾਂ। ਸੋ ਇੱਥੇ ਤਰ ਦਾ ਮਤਲਬ ਸਵਿਮਿੰਗ ਤੋਂ ਹੈ, ਤਰਨਾ ਤੋਂ। ਜੋ ਮਿਹਨਤ ਕਰਦਾ ਹੈ ਉਹ ਤਰ ਜਾਂਦਾ ਹੈ, ਮਤਲਬ ਪਾਸ ਹੋ ਜਾਂਦਾ ਹੈ। ਸੋ ਇੱਥੇ ਤਰ ਸ਼ਬਦ ਦੇ ਅਰਥ ਪਾਸ ਹੋਣਾ। ਸੰਤਾਂ ਦੀ ਸੰਗਤ ਕਰਕੇ ਅਸੀਂ ਤਰ ਜਾਂਦੇ ਹਾਂ। ਸੋ ਇਸ ਵਾਕ ਦੇ ਵਿੱਚ ਤਰ ਸ਼ਬਦ ਦੇ ਅਰਥ ਹੈ ਸਾਨੂੰ ਕਲਿਆਣ ਪ੍ਰਾਪਤ ਹੁੰਦਾ ਹੈ। ਰਕਮ ਉਹ ਹੈ ਜੋ ਵੇਲੇ ਸਿਰ ਤਰ ਜਾਏ, ਦਾ ਮਤਲਬ ਵੀ ਵੇਲੇ ਸਿਰ ਵਸੂਲ ਹੋ ਜਾਏ, ਵੇਲੇ ਸਿਰ ਜਿਹੜਾ ਕੰਮ ਨਿਬੜ ਜਾਵੇ, ਤਰ ਜਾਏ। ਰਕਮ ਤਰਨੀ, ਰਕਮ ਤਾਰਨੀ ਮਤਲਬ ਕਿਸੇ ਦਾ ਕੋਈ ਪੈਸੇ ਦੇਣ ਵਾਲੇ ਦੇ ਦੇਣੇ ਜਾਂ ਕਿਸੇ ਤੋਂ ਲੈਣ ਵਾਲੇ ਉਹ ਲੈ ਲੈਣੇ ਉਹਨੂੰ। ਸਵੇਰੇ ਦੀ ਸੈਰ ਦਿਮਾਗ ਨੂੰ ਤਰ ਰੱਖਦੀ ਹੈ। ਤਰ ਦਾ ਮਤਲਬ ਇੱਥੇ ਤਾਜ਼ਾ, ਜਾਂ ਇੱਕ ਸ਼ਬਦ ਸੁਣਦੇ ਆ ਤੁਸੀਂ ਤਰੋ ਤਾਜ਼ਾ, ਤਰ ਤਾਜ਼ਾ, ਇਹਦਾ ਦੋ ਸਮਾਨਾਰਥੀ ਸ਼ਬਦ ਹੈ। ਉਸ ਤੋਂ ਬਾਅਦ ਆ ਗਿਆ ਜੀ ਇੱਕ ਉਦਾਹਰਣ ਹੈ ਧਾਰ। ਧਾਰ ਸ਼ਬਦ ਦੇ ਉਦਾਹਰਣ ਦੇ ਰੱਖੇ ਆ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਕਿਵੇਂ ਅਰਥ ਬਦਲਦੇ ਆ। ਇਸ ਤਲਵਾਰ ਦੀ ਧਾਰ
बहुत तेज है, मतलब तेज पासा, तिखा पासा। इस नल की धार बहुत घट है। सो इत्थे पानी की धार जिहड़ी हुंदी है ਉਹਦੇ बारे गल की है। उसने गऊ की धार कढ़ी। सो धार कढ़ण का मतलब हुंदा दुध कढ़िया। इत्थे धार शब्द के अर्थ दुध नाल हो गए। गुरु जी ने दुनिया ते अवतार धार लिया। तुसी विद्यार्थियों ने जदों व्याकरण पढ़ते हैं पंजाबी का, तो वो आउंदा भी गुरु नानक देव जी ने दुनिया ते अवतार धारिया। सो इत्थे धार का मतलब हुंदा लैना, अवतार लै लिया। उसने धार लिया है कि वह पेपर पास करेगा। सो इत्थे धार लैना का मतलब हुंदा पक्का इरादा करना। धार लैना एक मुहावरेदार भाषा है। सो इत्थे धार का मतलब हो गया पक्का इरादा। ये वख-वख धार शब्द है जिहड़ा वो वख-वख वाकां दे विच इहदे अर्थ किवें वख-वख है, इहदे बारे आपां गल कीती है। उस तो बाद आ गया जी काल। काल शब्द दे देखो जी, काल शब्द के वख-वख प्रसंगां विच किवें अर्थ भी वख-वख है। वाकां दे अनुसार काल तो कोई नहीं बच सकिया। सो इत्थे काल का मतलब मौत, भी मौत तो कोई नहीं बच सकिया। पिंड विच चीज़ां दा काल पिया होया है। इत्थे काल, इस वाक दे विच काल का मतलब है भी थोड़, थोड़ नहीं थोड़, थोड़ थोड़ आपां पढ़िया सीगा इनू विरोधी शब्दां दे विच थोड़, थोड़ मतलब समानार्थी शब्दां दे विच भी कोई चीज़ है जिहड़ी घट होनी, घट जानी, थोड़ हो जानी किसी चीज़ की, उहनूं कहा जांदा थोड़। ये थोड़ा जिहा दुरुस्त कर लियो, थोड़। पिंड विच चीज़ां दा काल पिया होया। हड़ कारण बिहार विच काल पै गया। सो इत्थे काल का मतलब भी कहर। काल किसी का लिहाज नहीं करता। इत्थे काल का मतलब मौत का फरिश्ता, उहनूं कहा गया है काल। सो ये काल शब्द के वख-वख वाकां दे विच अर्थ वख-वख है। तुसीं देख ले, शब्द इक्को ही है, शब्द जोड़ एक ही है, सारे वाकां दे विच बोलना भी इक्को जिहा ही है, काल ही बोलना इनू, पर इहदे अर्थ वख-वख हो गए। उस तो बाद आ गया जी घड़ी शब्द। घड़ी शब्द के वख-वख वाकां दे विच वख-वख अर्थ है। देखो किवें, मेरी घड़ी खराब हो गई है। सो इत्थे घड़ी का मतलब है समा वेखण वाला यंत्र। घड़ी विचला पानी ठंडा है। सो एक घड़ी, छोटी घड़ी झज्जर जिन्हों कह दिंदे आ, वो छोटी घड़ी हुंदी है जिहड़ी, ਉਹਦੇ बारे ਉਹਦੇ प्रथा ये जिहड़ा शब्द लिया गया है घड़ी। सुख की घड़ी छेती बीत जाती है। घड़ी का मतलब इत्थे समा, समय की घड़ी भी सुख का समा छेती बीत जाता है। अगे साडा यार किहड़ी घड़ी आवेगा। सो इत्थे घड़ी शब्द का मतलब वक्त, भी किहड़े वक्त आवेगा। तरखान ने गुल्ली घड़ी। सो इत्थे घड़न का मतलब हुंदा घड़ना, घटना। जिवें पेंसिल घटी, मैनू घड़ी घड़ी तंग ना करो। सो इत्थे घड़ी का मतलब है भी मुड़ मुड़ बार बार मैनू घड़ी मुड़ी, आपां एक शब्द वरतते हैं इत्थे घड़ी घड़ी या घड़ी मुड़ी तंग ना करो। सो इत्थे घड़ी शब्द के अर्थ बनते हैं मुड़ मुड़ के या दोबारा, बार बार तंग ना करो। पक्का शब्द दे देखते हैं जी आपां वख-वख वाकां दे विच किवें अलग अलग अर्थ है। देखो, पक्का मकान बनाउण ते बहुत खर्च हुंदा है। सो इत्थे पक्का का मतलब है इट्टां ते सीमेंट का। संतवीर मेरा पक्का मित्र है। वाह जी वाह, ये मेरे दिल की गल दसी है तुहानूं मैं। इत्थे पक्का शब्द का मतलब है दुख सुख का सहायक जिहड़ा होवे, आपां उहदे वास्ते कह दिंदे आ पक्का मित्र। एक शब्द होर वरतदे आपां, लंगोटिया यार। डॉक्टर ने पक्का फोड़ा चीरिया। सो इत्थे पक्का का मतलब पाक नाल भरिया, पस नाल भरिया होया। राजू अंदरों बड़ा पक्का है। ये वास्ते ये जिहड़ा वाक है इहदे विच पक्का का अर्थ बनता होशियार, भी अंदरों बड़ा होशियार है। ये अमरूद पक्का है। सो इत्थे पक्का मतलब पक्या होया है, मतलब कच्चा नहीं है। अगे देखो जी वट शब्द दे, वट शब्द के वख-वख प्रसंगां विच देख लो किवें अर्थ बदलते हैं। अज हवा ना चलण करके बड़ा वट है। वट इत्थे दा मतलब, वट का मतलब भी बड़ी गर्मी है, हुमस है, मॉइस्चर जा हो जाता ना जिहड़ा, उदों ਉਹਦੇ वास्ते आपां पंजाबी दे विच वट शब्द की वरतों करते हैं। सो पहले वाक दे विच वट शब्द का मतलब है गर्मी या हुमस। मजदूर खेतों विच वट बना रहा है। सो इत्थे वट का मतलब बन्ना या नक्का बना रहा है। उसकी कमीज विच वट पै गया है या पैंदा है, मतलब तान पै गई है। उसनूं ढिड विच वट पैंदे हन। वट का मतलब भी मरोड़े लग जाने, मरोड़ पैंदे हन। मेरी पुस्तक किसी नाल वट गई है। वट का मतलब भी बदल गई है। इस डोरी नूं वट चढ़ गए हैं। इसे वट का मतलब भी वल पै गए हैं। मामूली गल ते मूँह नहीं वट लेना चाहिदा है। सो इत्थे वटण का मतलब सजाउणा,
ਮੂੰਹ ਫੁਲਾ ਕੇ ਬੈਠ ਜਾਣਾ, ਉਹਦੇ ਵਾਸਤੇ ਵੱਟਣਾ ਸ਼ਬਦ ਹੈ। ਮੈਂ ਉਸ ਦੇ ਵੱਟ ਕੇ ਚਪੇੜ ਮਾਰੀ, ਵੱਟ ਕੇ ਦਾ ਮਤਲਬ ਹੁੰਦਾ ਜ਼ੋਰ ਨਾਲ। ਸੋ ਇੱਥੇ ਤੁਸੀਂ ਦੇਖਿਆ ਵੀ ਵੱਟ ਸ਼ਬਦ ਹੈ ਜਿਹੜਾ ਉਹ ਵਾਕ ਦੇ ਵਿੱਚ ਜਦੋਂ ਆਇਆ, ਕਿੰਨੇ ਉਦਾਹਰਨਾਂ ਦੇਖ ਲਓ, 1 2 3 4 5 6 7 8 ਉਦਾਹਰਨਾਂ ਦੇ ਵਿੱਚ ਆਪਾਂ ਵੱਟ ਸ਼ਬਦ ਦੀ ਵਰਤੋਂ ਕੀਤੀ, ਤੇ 8 ਦੀਆਂ 8 ਉਦਾਹਰਨਾਂ, 8 ਦੇ 8 ਵਾਕਾਂ ਦੇ ਵਿੱਚ ਇਹਦੇ ਅਰਥ ਹੈ ਜਿਹੜੇ ਉਹ ਵੱਖ-ਵੱਖ ਹੈ। ਉਸ ਤੋਂ ਬਾਅਦ ਹੈ ਜੀ ਸਾਰ ਸ਼ਬਦ। ਸਾਰ ਸ਼ਬਦ ਦੇ ਵੀ ਦੇਖੋ ਜੀ ਵੱਖ-ਵੱਖ ਵਾਕਾਂ ਦੇ ਵਿੱਚ, ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਕਿਵੇਂ ਅਰਥ ਇਹਦੇ ਅਲੱਗ-ਅਲੱਗ ਹੈ। ਦੇਖ ਲਓ ਕਿਵੇਂ ਇਸ ਗੱਲ ਦਾ ਕੋਈ ਸਾਰ ਨਹੀਂ ਨਿਕਲਿਆ, ਮਤਲਬ ਕੋਈ ਤੱਤ, ਕੋਈ ਨਿਚੋੜ ਨਹੀਂ ਨਿਕਲਿਆ। ਸਾਰ, ਉਸਨੇ ਮੇਰੀ ਕੋਈ ਖਬਰਸਾਰ ਨਹੀਂ ਲਈ। ਖਬਰਸਾਰ ਸਮਾਸੀ ਸ਼ਬਦ ਹੈ। ਖਬਰ ਅਤੇ ਸਾਰ ਦੋਨੋਂ ਸਮਾਨਾਰਥੀ ਸ਼ਬਦ ਨੇ, ਸਮਾਨਾਰਥੀ ਸਮਾਸੀ ਜੋੜੇ ਹੈ ਇਹ। ਇੱਥੇ ਖਬਰਸਾਰ ਦਾ ਮਤਲਬ ਵੀ ਸਾਰ ਦਾ ਮਤਲਬ ਖਬਰ ਹੀ ਹੋ ਗਿਆ। ਸਾਨੂੰ ਆਪਣੇ ਮਾਪਿਆਂ ਦੀ ਕਦਰ ਸਾਰ ਕਰਨੀ ਚਾਹੀਦੀ ਹੈ। ਸੋ ਇੱਥੇ ਵੀ ਕਦਰ ਦਾ ਮਤਲਬ ਸਾਰ, ਸਾਰ ਦਾ ਮਤਲਬ ਕਦਰ ਹੋ ਗਿਆ। ਲੋਹਾਰ ਕੋਲ ਬਹੁਤ ਸਾਰਾ ਸਾਰ ਹੈ, ਮਤਲਬ ਬਹੁਤ ਸਾਰਾ ਲੋਹਾ ਹੈ। ਸਾਰ ਦਾ ਅਰਥ ਇੱਥੇ ਲੋਹਾ। ਤੁਸੀਂ ਮੇਰਾ ਕੰਮ ਸਾਰ ਦਿੱਤਾ ਹੈ, ਮਤਲਬ ਮੇਰਾ ਕੰਮ ਪੂਰਾ ਕਰ ਦਿੱਤਾ ਹੈ। ਉਹ ਆਉਂਦਿਆਂ ਸਾਰ ਹੀ ਪੜ੍ਹਨ ਬੈਠ ਗਈ। ਇਸ ਵਾਕ ਦੇ ਵਿੱਚ ਸਾਰ ਦਾ ਮਤਲਬ ਹੈ ਉਸੇ ਵੇਲੇ, ਆਉਂਦਿਆਂ ਸਾਰ ਹੀ ਉਸੇ ਵੇਲੇ ਪੜ੍ਹਨੇ ਬੈਠ ਗਈ। ਉਸ ਤੋਂ ਬਾਅਦ ਹੈ ਜੀ ਡੰਗ ਸ਼ਬਦ। ਡੰਗ ਸ਼ਬਦ ਦੇ ਦੇਖ ਲਓ ਜੀ, ਇਹ 3 ਉਦਾਹਰਨਾਂ, ਤਿੰਨਾਂ ਉਦਾਹਰਨਾਂ ਵਿੱਚ ਡੰਗ ਸ਼ਬਦ ਦੇ ਕਿਵੇਂ ਅਰਥ ਅਲੱਗ-ਅਲੱਗ ਹੈ। ਸਾਨੂੰ ਕਿਵੇਂ ਨਾ ਕਿਵੇਂ ਡੰਗ ਟਪਾਉਣਾ ਚਾਹੀਦਾ ਹੈ। ਸੋ ਇੱਥੇ ਡੰਗ ਦਾ ਮਤਲਬ ਵੀ ਸਾਨੂੰ ਕਿਵੇਂ ਨਾ ਕਿਵੇਂ ਆਪਣਾ ਵੇਲਾ ਲੰਘਾਉਣਾ ਚਾਹੀਦਾ ਹੈ, ਸਮਾਂ ਟਪਾਉਣਾ ਚਾਹੀਦਾ ਹੈ। ਇੱਥੇ ਡੰਗ ਸ਼ਬਦ ਦਾ ਮਤਲਬ ਵੇਲਾ। ਸਾਨੂੰ ਕਿਸੇ ਦੇ ਡੰਗ ਨਹੀਂ ਮਾਰਨਾ ਚਾਹੀਦਾ। ਡੰਗ ਮਾਰਨਾ ਦਾ ਮਤਲਬ ਹੁੰਦਾ ਨੁਕਸਾਨ ਕਰਨਾ ਕਿਸੇ ਦਾ। ਡੰਗ ਮਾਰਨਾ ਮੁਹਾਵਰੇਦਾਰ ਭਾਸ਼ਾ ਹੈ, ਇੱਕ ਮੁਹਾਵਰਾ ਹੈ ਜਿਹਦਾ ਮਤਲਬ ਹੈ ਨੁਕਸਾਨ ਕਰਨਾ। ਸ਼ਾਮ ਨੂੰ ਸੱਪ ਨੇ ਡੰਗ ਲਿਆ। ਸੋ ਇੱਥੇ ਡੰਗ ਦਾ ਮਤਲਬ ਡਸਣ ਤੋਂ ਹੈ। ਉਸ ਤੋਂ ਬਾਅਦ ਆ ਗਿਆ ਜੀ ਦਾਰੂ ਸ਼ਬਦ। ਦਾਰੂ ਸ਼ਬਦ ਹੈ ਜਿਹੜਾ ਇਹ ਫੇਵਰੇਟ ਹੈ ਜੀ ਲੋਕਾਂ ਦਾ। ਦਾਰੂ ਸ਼ਬਦ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇਹਦੀਆਂ ਉਦਾਹਰਨਾਂ ਦੇਖੋ ਵੀ ਦਾਰੂ ਸ਼ਬਦ ਹੈ ਜਿਹੜਾ ਉਹ ਵਾਕਾਂ ਦੇ ਵਿੱਚ ਕਿਵੇਂ ਵੱਖ-ਵੱਖ ਪ੍ਰਸੰਗ ਹੈ, ਉਹਨਾਂ ਦੇ ਵਿੱਚ ਇਹਦੇ ਅਰਥ ਕਿਵੇਂ ਬਦਲਦੇ ਆ। ਚੰਗਾ ਬੰਦਾ ਦਾਰੂ ਤੋਂ ਪਰਹੇਜ਼ ਕਰਦਾ ਹੈ, ਮਤਲਬ ਦਾਰੂ ਦਾ ਮਤਲਬ ਸ਼ਰਾਬ। ਤੁਹਾਨੂੰ ਕੋਈ ਦਵਾ ਦਾਰੂ ਲੈਣੀ ਚਾਹੀਦੀ ਹੈ। ਦਵਾ ਤੇ ਦਾਰੂ ਦਾ ਮਤਲਬ ਹੁੰਦਾ ਦਵਾਈ। ਦਵਾ ਦਾਰੂ ਸਮਾਸੀ ਜੋੜੇ ਹੈ, ਸਮਾਨਾਰਥੀ ਜੋੜੇ ਹੈ, ਸਮਾਸੀ ਸ਼ਬਦ ਹੈ। ਇੱਥੇ ਦਾਰੂ ਦਾ ਮਤਲਬ ਹੁੰਦਾ ਕੋਈ ਦਵਾਈ ਲੈਣੀ ਚਾਹੀਦੀ ਹੈ। ਜੰਗ ਵੇਲੇ ਦਾਰੂ ਹੀ ਕੰਮ ਆਉਂਦਾ ਹੈ। ਸੋ ਇੱਥੇ ਦਾਰੂ ਦਾ ਮਤਲਬ ਹੈ ਬਰੂਦ। ਇਸ ਬਿਮਾਰੀ ਦੀ ਕੋਈ ਦਾਰੂ ਨਹੀਂ ਹੈ। ਸੋ ਇਸ ਵਾਕ ਦੇ ਵਿੱਚ ਦਾਰੂ ਦਾ ਮਤਲਬ ਹੈ ਇਲਾਜ। ਅਸੀਂ ਤੁਹਾਡੀ ਸਮੱਸਿਆ ਦਾ ਕੋਈ ਦਾਰੂ ਲੱਭਾਂਗੇ, ਮਤਲਬ ਕੋਈ ਹੱਲ ਲੱਭਾਂਗੇ। ਸੋ ਇਹ ਜਿਹੜਾ ਦਾਰੂ ਸ਼ਬਦ ਹੈ ਇਹਦੇ ਵਿੱਚ ਦੇਖਿਆ ਵੀ ਆਪਾਂ ਅਲੱਗ-ਅਲੱਗ ਵਾਕਾਂ ਦੇ ਵਿੱਚ ਇਹ ਅਲੱਗ-ਅਲੱਗ ਅਰਥਾਂ ਦਾ ਧਾਰਨੀ ਹੈ, ਅਲੱਗ-ਅਲੱਗ ਅਰਥ ਰੱਖਦਾ ਹੈ। ਉਸ ਤੋਂ ਬਾਅਦ ਵਾਰ ਸ਼ਬਦ ਹੈ ਜਿਹੜਾ ਬੜਾ ਇੰਪੋਰਟੈਂਟ ਸ਼ਬਦ ਹੈ। ਵਾਰ, ਵਾਰ ਸ਼ਬਦ ਦੇ ਦੇਖ ਲਓ ਜੀ ਕਿਵੇਂ ਬਹੁਅਰਥਕ ਸ਼ਬਦ ਬਣਦੇ ਆ। ਹਫ਼ਤੇ ਵਿੱਚ 7 ਵਾਰ ਹੁੰਦੇ ਹਨ। ਇੱਥੇ ਵਾਰ ਦਾ ਮਤਲਬ ਹੈ ਦਿਨ। ਮੁਗਲ ਸਿੰਘਾਂ ਦਾ ਵਾਰ ਝੱਲ ਨਹੀਂ ਸਕੇ। ਇੱਥੇ ਵਾਰ ਦਾ ਮਤਲਬ ਹੈ ਹਮਲਾ। ਕਿਰਸਾਨੀ ਸੰਘਰਸ਼ ਵਿੱਚ ਅਨੇਕਾਂ ਕਿਸਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇੱਥੇ ਵਾਰ ਦਿੱਤੀਆਂ ਦਾ ਮਤਲਬ ਕੁਰਬਾਨ ਕਰ ਦਿੱਤੀਆਂ। ਜਾਨ ਵਾਰਨੀ ਦਾ ਮਤਲਬ ਹੁੰਦਾ ਜਾਨ ਕੁਰਬਾਨ ਕਰਨੀ, ਜਾਨ ਦੀ ਬਾਜੀ ਲਾਉਣੀ। ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਰਚੀ। ਇੱਥੇ ਇਸ ਵਾਕ ਦੇ ਵਿੱਚ ਵਾਰ ਦਾ ਮਤਲਬ ਹੈ ਵੀਰ ਰਸੀ ਕਵਿਤਾ। ਵਾਰ ਦਾ ਮਤਲਬ ਹੀ ਇਹ ਹੈ ਕਿ ਯੋਧਿਆਂ ਦੀ, ਸੂਰਮਿਆਂ ਦੀ ਬਹਾਦਰੀ ਦੇ ਵਿੱਚ ਇੱਕ ਰਚੀ ਹੋਈ ਕਵਿਤਾ ਜਿਹਨੂੰ ਕਿਹਾ ਜਾਂਦਾ ਹੈ ਵੀਰ ਰਸੀ ਕਵਿਤਾ। ਉਹ ਚੰਡੀ ਦੀ ਵਾਰ ਹੈ ਜਿਹੜੀ ਇਹ ਵੀਰ ਰਸੀ ਸਾਹਿਤ ਦਾ ਉੱਤਮ ਨਮੂਨਾ ਹੈ। ਇਹ ਵਾਰ ਚੰਡੀ ਦੀ ਵਾਰ। ਮਿਸਤਰੀ ਇੱਟਾਂ ਦੇ ਵਾਰ ਲਾ ਰਿਹਾ ਹੈ। ਵਾਰ ਦਾ ਮਤਲਬ ਰੱਦੇ ਲਾ ਰਿਹਾ ਹੈ। ਉਸ ਤੋਂ ਬਾਅਦ ਦੇਖੋ ਜੀ ਇਹ ਤੁਸੀਂ ਦੇਖ ਲਏ ਵਾਰ ਸ਼ਬਦ ਬਹੁਤ ਇੰਪੋਰਟੈਂਟ ਹੈ। ਇਹ ਸ਼ਬਦ ਇਹਦੇ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਵੱਖ-ਵੱਖ ਅਰਥ ਹੈ। ਉਸ ਤੋਂ ਬਾਅਦ ਆ ਗਿਆ ਜੀ ਸਾਡਾ ਅਖੀਰ ਵਾਲਾ ਸ਼ਬਦ ਹੈ ਕੋਟ। ਕੋਟ ਸ਼ਬਦ ਤੁਸੀਂ ਸੁਣਿਆ ਹੋਇਆ ਸਾਰਿਆਂ ਨੇ। ਤੇ ਕੋਟ ਸ਼ਬਦ ਦੇ ਦੇਖੋ ਜੀ ਅਲੱਗ-ਅਲੱਗ ਵਾਕ, 4 ਉਦਾਹਰਨ ਹੈ। ਚਾਰਾਂ ਦੇ ਵਿੱਚ ਇਹਦੇ ਅਲੱਗ-ਅਲੱਗ ਇਹਦੇ ਅਰਥ ਹੈ ਕੋਟ ਸ਼ਬਦ ਦੇ। ਫੌਜਾਂ ਨੇ ਆਪਣੇ ਬਚਾਅ ਲਈ ਕੋਟ ਕੀਤਾ। ਕੋਟ ਦਾ ਮਤਲਬ ਕਿਲਾ ਜਾਂ ਗੜ੍ਹ ਬਣਾਇਆ, ਕੋਟ ਕਰਨਾ। ਅਸੀਂ ਉਹਨਾਂ ਸਿਰ ਕੋਟ ਕਰ ਦਿੱਤਾ। ਇਹ ਸਰਾਂ ਦਾ ਕੋਟ, ਤਾਸ਼ ਦਾ ਕੋਟ ਹੁੰਦਾ ਇੱਕ। ਤਾਸ਼ ਦੇ ਵਿੱਚ ਮਤਲਬ ਬਾਜੀ ਕਿਸੇ ਦੇ ਸਿਰ ਚੜ੍ਹ ਜਾਣੀ, ਉਹਨੂੰ ਉਹਦੇ ਵਾਸਤੇ ਵਰਤਿਆ ਜਾਂਦਾ ਵੀ ਸਿਰ ਕੋਟ ਕਰ ਦਿੱਤਾ। ਤੁਹਾਨੂੰ ਮੇਰਾ ਕੋਟ-ਕੋਟ ਧੰਨਵਾਦ ਕਰਨਾ ਚਾਹੀਦਾ। ਇੱਥੇ ਕੋਟ ਦਾ ਮਤਲਬ ਵੀ ਕਰੋੜ-ਕਰੋੜ ਧੰਨਵਾਦ ਕਰਨਾ ਚਾਹੀਦਾ ਹੈ।
ਇਹ ਮੈਂ ਨਹੀਂ ਕਹਿੰਦਾ, ਇਹ ਕੋਟ ਬਹੁਤ ਸੋਹਣਾ ਹੈ। ਸੋ ਇੱਥੇ ਕੋਟ ਦਾ ਮਤਲਬ ਇੱਕ ਪਹਿਨਣ ਵਾਲਾ ਕੱਪੜਾ, ਕੋਟ ਸਿਆਲਾਂ ਦੇ ਵਿੱਚ ਤੁਸੀਂ ਪਹਿਨਦੇ ਹੋ। ਸੋ ਇਹ ਆ ਜਿਹੜਾ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਕੋਟ ਦੇ ਵੇਖ ਲਓ ਕਿਵੇਂ ਅਰਥ ਬਦਲਦੇ ਆ। ਇਹ ਜਿਹੜਾ ਹੈਗਾ ਬਹੁਅਰਥਕ ਸ਼ਬਦ ਹੈ ਜਿਹੜਾ, ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚੋਂ ਪ੍ਰਸ਼ਨ ਅਕਸਰ ਪੁੱਛਿਆ ਜਾਂਦਾ ਹੈ। ਸੋ ਇਹ ਆ ਜਿਹੜੀਆਂ ਉਦਾਹਰਨਾਂ, ਇਹਨਾਂ ਨੂੰ ਤੁਸੀਂ ਰੱਖਿਓ ਯਾਦ ਕਿਉਂਕਿ ਬਹੁਅਰਥਕ ਸ਼ਬਦ ਹੈ ਜਿਹੜੇ ਸਾਡੇ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ। ਅਰਥ ਸੰਬੰਧਾਂ ਦੇ ਆਧਾਰ 'ਤੇ ਜਿਹੜੇ ਆਪਾਂ ਸ਼ਬਦਾਂ ਬਾਰੇ ਪੜ੍ਹ ਰਹੇ ਹਾਂ, ਜਿਹੜੀਆਂ ਆਪਾਂ ਪੜ੍ਹ ਰਹੇ ਹਾਂ ਜੋ ਵੀ ਟੌਪਿਕ, ਉਹਦੇ ਵਿੱਚ ਆਪਾਂ ਵਿਰੋਧੀ ਸ਼ਬਦ ਪੜ੍ਹ ਲਏ, ਸਮਾਨਾਰਥੀ ਸ਼ਬਦ ਪੜ੍ਹ ਲਏ ਅਤੇ ਬਹੁਅਰਥਕ ਸ਼ਬਦ ਪੜ੍ਹ ਲਏ। ਅਗਲੇ ਟੌਪਿਕ ਦੇ ਵਿੱਚ ਆਪਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਾਲਾ ਜਿਹੜਾ ਟੌਪਿਕ ਹੈ ਉਹਦੇ ਬਾਰੇ ਵਿਚਾਰ ਕਰਾਂਗੇ। ਸਤਿ ਸ੍ਰੀ ਅਕਾਲ।